श्री वाहिगुरु जी सतनाम। श्री वाहिगुरु जो हमरी विध होती मेरे सतगुरा, साबिद तुम हर जानो आपे। हम रुलते फिरते को बात ना पूछता, गुरु सतगुर संग की रे हम थापे। तन तन गुरु नानक जन केरा, जित मिले चूके सब सोग संतापे। राख पिता प्रभ मेरे, मोह निर्गुण सब गुण तेरे। राख पिता प्रभ मेरे, मोह निर्गुण सब गुण तेरे। राख पिता प्रभ मेरे, मोह निर्गुण सब गुण तेरे। राख पिता प्रभ मेरे, निर्गुण सब गुण तेरे। निर्गुण सब गुण तेरे, मोह निर्गुण सब गुण तेरे। निर्गुण सब गुण तेरे, निर्गुण सब गुण तेरे। सब गुण तेरे, मोह निर्गुण सब गुण तेरे। निर्गुण सब गुण तेरे, निर्गुण सब गुण तेरे। राख पिता प्रभ मेरे, मोह निर्गुण सब गुण तेरे। राख पिता प्रभ मेरे, निर्गुण सब गुण तेरे। राख पिता प्रभ मेरे, मोह निर्गुण सब गुण तेरे। पंच बिखादी एक गरीबा, राखो राखन हारे। खेद करें और बहुत संतावै, आयो शरण तुहारे। कर कर हारे हो अनक बहु भांति, छोड़े कतहु नाही। एक बात सुनता की ओटा,
ਸਾਧ ਸੰਗਤ ਮਿਟ ਜਾਹੀ, ਕਰ ਕਿਰਪਾ ਸੰਤ ਮਿਲੇ ਮੋਹੇ। ਦਿਨ ਤੇ ਧੀਰਜ ਪਾਇਆ, ਸ਼ਾਂਤੀ ਮੰਤ ਦਿਓ ਮੋਹਿ ਨਿਰਭਉ। ਗੁਰ ਕਾ ਸ਼ਬਦ ਕਮਾਇਆ, ਜੀਤ ਲਿਏ ਹੋਏ ਮਹਾ ਵਿਖਾਦੀ। ਸਹਿਜ ਸੁਹੇਲੀ ਬਾਣੀ, ਕਉ ਨਾਨਕ ਮਨ ਭਇਆ ਪ੍ਰਗਾਸਾ। ਪਾਇਆ ਪਦ ਨਿਰਵਾਣੀ, ਰਾਖ ਪਿਤਾ ਪ੍ਰਭੁ ਮੇਰੇ ਜੀ ਮੋਹਿ ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭੁ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ। ਨਿਰਗੁਣ ਸਭ ਗੁਣ ਤੇਰੇ ਜੀ ਮੋਹ ਨਿਰਗੁਣ ਸਭ ਗੁਣ ਤੇਰੇ। ਨਿਰਗੁਣ ਸਭ ਗੁਣ ਤੇਰੇ ਜੀ ਮੋਹ ਨਿਰਗੁਣ ਸਭ ਗੁਣ ਤੇਰੇ। ਪਿਤਾ ਪ੍ਰਭੁ ਮੇਰੇ ਜੀ ਮੋਹ ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭੁ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ। ਸਾਧ ਸੰਗਤ ਸਾਰੇ ਪ੍ਰੇਮੀ ਵਿਹਾਰਾਂ ਨੂੰ ਛੱਡ ਕੇ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ। ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਗ੍ਹਾ ਦੇ ਨਾਲ ਆਪਣਾ ਕੋਈ ਸੰਬੰਧ ਨਹੀਂ ਹੈ। ਆਪਾਂ ਤਾਂ ਗੁਰੂ ਦੀ ਹਜ਼ੂਰੀ 'ਚ ਪਹੁੰਚਿਆ ਕੋਈ ਨਾ ਕੋਈ ਲਾਭ ਉਠਾਉਣ ਵਾਸਤੇ। ਆਓ ਇਹ ਜਿਹੜੀ ਰੂਹ ਆ ਨਾ, ਇਹ ਪਰਮੇਸ਼ਰ ਤੋਂ ਵਿਛੜ ਕੇ ਇਹ ਤਿਰਜੁਨੀਆਂ ਦੇ ਵਿੱਚ ਭੜਕਦੀ ਫਿਰਦੀ ਹੈ। ਆਓ ਜਦ ਗੁਰੂ ਵਾਲੀ ਬਣ ਜਾਵੇਗੀ ਤਾਂ ਗੁਰੂ ਫਿਰ ਇਸ ਨੂੰ ਰਸਤਾ ਦੱਸੇਗਾ, ਇਸ ਦੀ ਬਾਂਹ ਫੜੇਗਾ। ਹੌਲੀ ਹੌਲੀ ਫਿਰ ਇਹ ਜਿੱਥੋਂ ਵਿਛੜੀ ਆ ਆਪਣੇ ਦੇਸ਼ ਕਨੀ ਨੂੰ ਜਾਣੀ ਸ਼ੁਰੂ ਹੋ ਜਾਵੇਗੀ। ਜੇ ਗੁਰੂ ਵਾਲਾ ਨਹੀਂ ਬਣਿਆ ਤਾਂ ਫਿਰ ਇੱਧਰ ਦੁਨੀਆ ਦੇ ਵਿੱਚ ਠੇਡੇ ਖਾਂਦਾ ਫਿਰੇਗਾ। ਅੱਗੇ ਵੀ ਠੇਡੇ ਖਾਂਦੇ ਫਿਰਦੇ ਆਇਆ, ਪਤਾ ਨਹੀਂ ਕਿਹੜੀ ਜੁਨੀ 'ਚੋਂ ਆਇਆ ਇੱਥੇ। ਇਸ ਤਰ੍ਹਾਂ ਦੇ ਨਾਲ ਦੱਸਿਆ, ਇਹਨੂੰ ਠੀਕ ਕਰੋ। ਉਹ ਕਰੋ ਜਲਾਰੇ। ਕਰਨੀ ਹੈ ਕੰਨ ਨੇ ਕਿ ਤੁਹਾਡੇ ਖੋੜੇ ਨੇ
ਤੈਨੂੰ ਆਵਾਜ਼ ਦੀ ਪਛਾਣ ਵੀ ਨਹੀਂ ਸੀ ਇੱਕਰ ਦੀ। ਮੂੰਹ ਚੱਕ ਕੇ ਬਹਿ ਜਾਂਦੇ ਨੇ ਉੱਤੇ। ਔਰ ਜਿੰਨਾ ਚਿਰ ਇਹ ਜੀਵ ਆ ਨਾ, ਜੀਵ ਹੋਰ ਨਹੀਂ ਜਾਣਦਾ ਇੱਥੇ ਕੋਈ ਸਪੀਕਰ ਨਾਲ, ਉਹਨਾਂ ਚਿਰ ਇੱਧਰ ਦੁਨੀਆ ਦੇ ਵਿੱਚ ਭੜਕਦਾ ਰਹੇਗਾ। ਇਹ ਜਦ ਗੁਰੂ ਵਾਲਾ ਬਣ ਜਾਵੇਗਾ, ਗੁਰੂ ਵਾਲਾ, ਤੇ ਫਿਰ ਇਹ ਗੁਰੂ ਵਾਲਾ ਬਣ ਕੇ ਜਿੱਥੋਂ ਵਿਛੜਿਆ ਤੇ ਉੱਧਰ ਨੂੰ ਜਾਣਾ ਸ਼ੁਰੂ ਕਰੇਗਾ। ਉਹ ਨਹੀਂ ਤੇ ਦੁਨੀਆ ਦੇ ਵਿੱਚ ਭਟਕਦਾ ਰਹੇਗਾ। ਆਪਣਾ ਹੀ ਪ੍ਰਸੰਗ ਚੱਲਦਾ, ਨਗੁਰੇ ਖਾਤਰ ਨਗੁਰੇ ਪਾਪ। ਗੁਰੂ ਸਾਹਿਬ ਨੇ ਲਿਖਿਆ ਵੀ ਜਿਹੜਾ ਨਗੁਰਾ ਇਨਸਾਨ ਹੈ ਉਹਨੂੰ ਮਨੁੱਖਾ ਦੇ ਨਹੀਂ ਮਿਲੇਗੀ, ਇੱਧਰ ਦੁਨੀਆ ਦੇ ਵਿੱਚ ਭਟਕਦਾ ਫਿਰੇਗਾ। ਉਹ ਪੜੋ ਪ੍ਰੇਮ ਨਾਲ ਤੇ ਨਿਸ਼ਿਆਂ ਦੇ ਵਿੱਚ ਬੋਲਿਓ। ਪਹਿਲਾ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜੋ ਪ੍ਰੇਮ ਦੇ ਨਾਲ। ਖਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਖਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਖਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਜਿਨ੍ਹਾਂ ਨੇ ਗੁਰੂ ਜੀ ਨਹੀਂ ਉਤਾਰਿਆ, ਜਿਨ੍ਹਾਂ ਨੇ ਗੁਰੂ ਜੀ ਨਹੀਂ ਉਤਾਰਿਆ। ਜਿਨ੍ਹਾਂ ਨੇ ਗੁਰੂ ਜੀ ਨਹੀਂ ਉਤਾਰਿਆ, ਜਿਨ੍ਹਾਂ ਨੇ ਗੁਰੂ ਜੀ ਨਹੀਂ ਉਤਾਰਿਆ। ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ।
ਸੰਸਾਨ ਅਨੰਨ ਗੁਰਾ। ਜਿਹਦਾ ਕੋਈ ਗੁਰੂ ਨਹੀਂ ਹੈ ਉਹ ਕਿੱਥੇ ਜਾਵੇਗਾ। ਗੁਰੂ ਸਾਹਿਬ ਨੇ ਦੱਸਿਆ ਕੂਕਰਾ ਸੂਕਰਾ ਕਾਕਾ ਗਰਦਵਾ ਕਾਕਾ ਸਰਪਨਾ ਤੁਲਖ ਲੈ। ਕਹਿੰਦੇ ਜਦੋਂ ਸਰੀਰ ਦੇ ਵਿੱਚੋਂ ਰੂਹ ਨਿਕਲੇਗੀ ਉਹ ਫਿਰ ਇਸ ਦੁਨੀਆ ਦੇ ਵਿੱਚ ਗੇੜੇ ਖਾਣੇ ਸ਼ੁਰੂ ਕਰ ਦੇਵੇਗੀ। ਜੈਸੇ ਹਰਟ ਦੀਆਂ ਟਿੰਡਾਂ ਹੁੰਦੀਆਂ ਨੇ ਬੈਡ ਦੇ ਆਲੇ ਦੁਆਲੇ ਘੁੰਮਦੀਆਂ ਨੇ ਤਾਂ ਫਿਰ ਉਹ ਖਾਲੀ ਥੱਲੇ ਨੂੰ ਭਰੀਆਂ ਹੋਈਆਂ ਉੱਤੇ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਾਣੀ ਜਿਹੜਾ ਉਹਨਾਂ ਦਾ ਘੁੰਮਣਾ ਉਹ ਕਦੇ ਛੁਟਕਾਰਾ ਨਹੀਂ ਪਾਉਣਗੀਆਂ। ਘੁੰਮਣ ਤੋਂ ਬੈੜ ਨਾ ਪਰੇ ਉਰੇ ਜਾ ਸਕਦੇ ਨੇ, ਜੁੜੀਆਂ ਹੋਈਆਂ ਨੇ ਢੇਰਨੀਆਂ ਨਾਲ। ਇਸੇ ਤਰ੍ਹਾਂ ਇਹ ਜਿਹੜੀ ਰੂਹ ਆ ਜਦ ਸਰੀਰ ਦੇ ਵਿੱਚੋਂ ਨਿਕਲੇਗੀ ਫਿਰ ਜਿਹੜਾ ਤਿੰਨਾਂ ਗੁਣਾਂ ਦਾ ਬੈੜ ਆ ਨਾ ਉਹਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦੇਵੇਗੀ। ਆਪ ਵੀ ਇਹ ਘੁੰਮਦੀ ਹੋਈ ਆਈ ਆ ਬੈੜਾਂ ਦੇ ਵਿੱਚੋਂ ਜੂਨੀਆਂ ਚੋਂ। ਹੁਣ ਆ ਮਨੁੱਖਾਂ ਦੇ ਪ੍ਰਾਪਤ ਜਿਹੜੇ ਤਾਂ ਗੁਰੂ ਵਾਲੇ ਬਣ ਗਏ ਉਹ ਮੁੜ ਕੇ ਫਿਰ ਤਿੰਨਾਂ ਗੁਣਾਂ ਦੇ ਚੱਕਰ 'ਚ ਨਹੀਂ ਜਾਣਗੇ। ਮਨੁੱਖਾਂ ਦੇ ਮਿਲੀ ਜਾਵੇਗੀ, ਹੌਲੀ ਹੌਲੀ ਉੱਚੇ ਉੱਠੀ ਜਾਣਗੇ। ਇੱਕ ਦਿਨ ਆ ਜਾਵੇਗਾ ਉਹ ਆਤਮਾ ਦੇ ਦੇਸ਼ ਦੇ ਵਿੱਚ ਚਲੇ ਜਾਣਗੇ। ਜਿਹੜਾ ਗੁਰੂ ਵਾਲਾ ਨਹੀਂ ਬਣਿਆ ਉਹ ਫਿਰ ਉਹਨਾਂ ਦੁਨੀਆ ਦੇ ਵਿੱਚ ਭਟਕਦਾ ਰਹੇਗਾ। ਸਾਰਿਆਂ ਦੀ ਇੱਕੋ ਜਿਹੀ ਇੱਛਾ ਨਹੀਂ ਹੁੰਦੀ ਹੈ। ਕੋਈ ਦਾ ਪਦਾਰਥਾਂ ਦੀ ਇੱਛਾ ਰੱਖ ਕੇ ਦੁਨੀਆ 'ਚ ਸੇਵਾ ਭਜਨ ਪਾਠ ਕਰਦੇ ਨੇ ਆਪਣੇ ਆਪ ਹੀ। ਕੋਈ ਉਪਮਾ ਵਾਸਤੇ, ਕੋਈ ਕਿਸੇ ਤਰ੍ਹਾਂ ਜਿਹੜਾ ਮੁਕਤ ਦੀ ਇੱਛਾ ਰੱਖਦਾ। ਮੁਕਤ ਗੁਰੂ ਸੇ ਬਗੈਰ ਨਹੀਂ ਹੋਵੇਗੀ। ਮੁਕਤ ਕਿਹਨੂੰ ਕਹਿੰਦੇ ਨੇ? ਸਾਰੇ ਦੁੱਖਾਂ ਦਾ ਮੁੱਕ ਜਾਣਾ, ਪਰਮਾਨੰਦ ਸੁਖ ਦੀ ਹੋ ਜਾਣੀ ਪ੍ਰਾਪਤੀ। ਹੁਣ ਦੱਸੋ ਵੀ ਸਾਰੇ ਦੁੱਖ ਕਿੱਥੇ ਮੁੱਕਦੇ ਨੇ? ਜਿਹੜੇ ਤਿੰਨ ਗੁਣ ਨੇ ਇਹਨਾਂ ਦੇ ਵਿੱਚ ਨਹੀਂ ਦੁੱਖ ਕਦੇ ਵੀ ਮੁੱਕਣੇ। ਦੁੱਖ ਮੁੱਕਣੇ ਨੇ ਜਾ ਕੇ ਜਦ ਦਵੰਦ ਪਦ ਤੋਂ ਅੱਗੇ ਲਿਖੇਗਾ ਉਹ ਕੀ ਹੈ? ਉਹ ਆਤਮਾ। ਉੱਥੇ ਕਹਿੰਦੇ ਦਵੰਦ ਨੂੰ ਥਾਂ ਨਹੀਂ ਜਾਂ ਦਵੰਦ ਹੀ ਨਹੀਂ, ਫਿਰ ਦੁੱਖ ਕੀ ਪੈਦਾ ਹੋਣਾ। ਉਸ ਨੂੰ ਮੁਕਤ ਕਹਿੰਦੇ ਨੇ। ਮੁਕਤ ਬਹੁਤ ਕਿਸੇ ਕਿਸੇ ਨੂੰ ਇੱਛਾ ਹੁੰਦੀ ਹੈ ਮੁਕਤ ਦੀ। ਕੋਈ ਕਿਤੋਂ ਮੁਕਤ ਭਾਲਦਾ, ਕੋਈ ਕਿਤੋਂ ਮੁਕਤ ਭਾਲਦਾ। ਬਗੈਰ ਗੁਰੂ ਤੋਂ ਕਦੇ ਮੁਕਤ ਨਹੀਂ ਮਿਲੇਗੀ। ਪਦਾਰਥ ਮਿਲ ਜਾਣਗੇ। ਆਓ ਲੈਣਾ ਜੀ ਸ਼ਕਤੀ ਦੇ ਉਪਾਸਕ ਹਨ। ਸ਼ਕਤੀ ਬਹੁਤ ਕਿਸਮ ਦੀਆਂ ਸ਼ਕਤੀਆਂ ਨੇ। 9 ਨਦੀਆਂ ਨੇ, 18 ਸਿੱਧੀਆਂ ਨੇ, ਹੋਰ ਆ ਦੇਵਤੇ ਆਦਿਕ ਨੇ ਜਿਹੜੇ ਇਹ ਵੀ ਸ਼ਕਤੀਆਂ ਨੇ। ਜਿਤਨੀ ਕਿਸੇ 'ਚ ਤਾਕਤ ਆ ਉਸ ਦੀ ਵਸਤੂ ਦੇ ਸਕਦਾ, ਵੱਧ ਨਹੀਂ ਦੇ ਸਕਦਾ। ਹੁਣ ਜਿਹਨੇ ਮੁਕਤ ਪ੍ਰਾਪਤ ਕਰਨੀ ਆ ਉਹ ਤਾਂ ਜਿਹਦੇ ਕੋਲ ਮੁਕਤ ਹੋਵੇਗੀ ਉਹੀ ਦੇਵੇਗਾ। ਜਿਹਦੇ ਕੋਲ ਹਿੰਗ ਜਮਾਇਣ ਹੈ ਉਹ ਮੁਕਤ ਕੈਸੇ ਦੇ ਦੇਵੇਗਾ? ਦੁਕਾਨਾਂ ਬਹੁਤ ਕਿਸਮ ਦੀਆਂ ਨੇ, ਪਰ ਇੱਕ ਗੁਰੂ ਦੀ ਵੀ ਦੁਕਾਨ ਆ ਗੁਰਮੁਖੋ। ਗੁਰੂ ਦੀ ਦੁਕਾਨ ਤੋਂ ਵਸਤੂ ਜਿਹੜੀ ਇਹ ਚਾਹੁੰਦਾ ਤਦ ਮਿਲੇਗੀ ਜਦ ਇਹ ਗੁਰੂ ਵਾਲਾ ਬਣੇਗਾ। ਖਰੀਦ ਵੀ ਗੁਰੂ ਵਾਲਾ ਹੀ ਸਕਦਾ, ਉੱਥੋਂ ਨਗੁਰਾ ਨਹੀਂ ਖਰੀਦ ਸਕਦਾ, ਉਹਨੂੰ ਪਤਾ ਹੀ ਨਹੀਂ ਹੈ।
लैणा जी शक्ति दे उपासक सन। साल बाद शक्ति दे दर्शन वेले करन जांदे सन। जिवें आपां भी साल बाद हजूर साहब नूं जाने दशहरे दे टाइम च गुरु साहब जी दे दर्शन करने वास्ते कुछ ना कुछ प्राप्त करने वास्ते फुरना रख के जाने उत्थे। तां फिर गुरु नानक देव महाराज जी सत्तां दीपां नवां खंडा दा चक्कर ला के करतारपुर आके रिहाइश करी। जो गुरु घर की मर्यादा सी वो चलाउणी शुरू करी। अमृत वेले का जागना, जाके अभ्यास करना, फिर खेती करनी, फिर लंगर, दो बड़े कथा कीर्तन जो गुरु घर की मर्यादा शुरू कर दी गुरमुखो। लैणा जी नूं हौली हौली उड़दी जल कोई इहो जिहे टैलीफोन सही नहीं हुंदे सन। उड़दी उड़दी सालां बधी किते जाके पता लगदा भी फलाने दिन आ गल हो रही है। अब तो उधर गल होंदी है, इत्थे सुनते हैं टैलीविजन दे विच। तो उसने कहा भी कोई गुरु नानक संत रहिंदा करतारपुर, ਉਹਦੇ दर्शन करके फिर ਗਾਹਾਂ ਨੂੰ ਚੱਲਾਂਗੇ। ਉਹਦੇ ਨਾਲ भी संग कहते ਹੁੰਦੇ। ਜੇ ਆਪਾਂ ਕਹਿ ਦਿੰਦੇ ਵੀ ਜਥਾ ਜਾ ਰਿਹਾ यात्रा वास्ते। खैर वो आए, शरदा नाल आए। कहते जिहड़ा शरदा नाल गुरु कदी नूं कदम चकदा है। भाई गुरदास ने दसिया चरण शरण गुरु एक पैंडा जाए चल, सतगुरु कोट पैंडा अगे ले तो होया। गुरु जानदा हर एक प्राणी मात्र दे अंदर दे फुरने नूं गुरु जानदा। ओ गुरु नानक देव महाराज ने शरदा परखदे होया जिधरों लैणा जी आ रहे सन, घोड़ी ते चढ़े हुए रास्ते च खड़ गए। फिर मिलाप होया, उन्होंने पूछा इत्थे गुरु नानक देव महाराज संत रहे ने कोई? गुरु नानक देव महाराज कहते हाँ संत इत्थे रहते ने, आओ मेरे नाल। घोड़ी ते चढ़ाई चढ़ाई आ गए, स्थान आ गया। कहते उत्थे घोड़ी बंधे पुरखा, और फलानी बैठक दे विच बैठे ने, चले जा। पंज शनाना करया महाराज जी अपने आसन ते बैठ गए। लैणा जी घोड़ी बन के पंज शनाना करके जाके नमस्कार करी, हैरान हो गए। कहते महाराज जी बहुत गलती हो गई। क्यों पुरखा? कहता महाराज जी मैं घोड़ी ते चढ़ के आया, तुसीं पैदल आए। जे मैनूं पता आंदा भी तुसीं गुरु नानक हो तां फिर मैं आदम दे नाल आउंदा तुर के तुहाडे। महापुरुषां दे गुरुआं दे एक व्यंग वचन हुंदे ने, जिवें 100 साखी लिखी है ना कलगीधर महाराज जी ने, वो सीधा नहीं दस्सिया भी आ होवेगा, नहीं व्यंग वचन ने, उन्हां नूं कोई समझ नहीं सकदा। हौली हौली फिर जिहड़ा कोशिश करदा ते फिर वो समझदा वो भी जिहड़ा कोई अभ्यासी होवे वो दसदा नहीं हुंदा। और इस तरह दे नाल कहते भाई जिहड़े लैण आउंदे ने घोड़ियां ते चढ़ के आउंदे हुंदे, कि जद कोई लड़के की शादी जिहड़े सहुरे जांदे ने अगे नूं फिर घोड़ियां ते चढ़ के जांदे हुंदे ने। उतों कुछ लैके आउणा हुंदा उन्होंने लड़की। ते अंगद देव नूं इस गल का पता नहीं लग्या, व्यंग वचन सब। खैर कहते तेरा नाम की है? कहते जी लैणा मेरा नाम। तो कहते चंगा तैं लैणा असीं देना, नहीं समझ सके। और इस तरह रात उत्ते रैश रखी। अमृत वेला होया, क्रिया करने वास्ते लैणा जी उठे। गुरुद्वारे एक नौजवान लड़की गहणियां नाल लद्दी हुई झाड़ू दिंदी है। लैणा जी कहणगे देवीए जे तां अद्धी रात है, तू झाड़ू दिन्नी है, इत्थे कौन है तू?
ਉਹ ਕਹਿਣ ਲੱਗੀ ਉਹੀ ਆ ਮੈਂ ਜਿਹਦੀ ਯਾਤਰਾ ਨੂੰ ਜਾ ਰਿਹਾ ਤੂੰ, ਉਹੀ ਆ ਮੈਂ। ਹੈਰਾਨ ਹੋ ਗਿਆ ਲੈਣਾ, ਕਹਿਣ ਲੱਗਾ ਸ਼ਕਤੀ ਮੈਂ ਤਾਂ ਤੇਰੀ ਸੇਵਾ ਮੁਕਤ ਵਾਸਤੇ ਕਰਦਾ ਸੀ, ਤੂੰ ਇੱਥੇ ਝਾੜੂ ਦਿੰਨੀ ਹੈ। ਉਹ ਕਹਿਣ ਲੱਗੀ ਅਸੀਂ ਇਸੇ ਦਰ ਦੇ ਝਾੜੂ ਬਰਦਾਰ ਬਣ ਕੇ ਇਹ ਦੁਨਿਆਵੀ ਪਦਾਰਥ ਦੇਣ ਦੀ ਤਾਕਤ ਪੈਦਾ ਕਰਦੇ ਹਾਂ, ਪਰ ਜਿਹੜੀ ਗੱਲ ਤੂੰ ਮੰਗਦਾ ਮੇਰੇ ਕੋਲੋਂ ਮੇਰੇ ਕੋਲ ਨਹੀਂ ਹੈ। ਕਹਿਣ ਲੱਗਾ ਫਿਰ ਮੈਂ ਤੇਰੀ ਸੇਵਾ ਤਾਂ ਇਸ ਵਾਸਤੇ ਕਰਦਾ ਸੀ। ਲਹਿਣਾ ਜੀ ਨੇ ਕਿਹਾ ਤੂੰ ਕਹੀ ਅਤਹੀ ਆਦ ਭਵਾਨੀ ਮੁਕਤ ਕੀ ਬਰੀਆਂ ਕਹਾਂ ਛਪਾਨੀ। ਕਹਿਣ ਲੱਗੀ ਠੀਕ ਹੈ ਮੈਂ ਪਦਾਰਥ ਦੇ ਦਿਆਂਗੀ। ਲਹਿਣਾ ਜੀ ਕਹਿੰਦਾ ਪਦਾਰਥ ਤਾਂ ਮੈਂ ਲੈਣੇ ਨਹੀਂ। ਕਹਿਣ ਲੱਗੇ ਫਿਰ ਜੇ ਤੂੰ ਮੁਕਤ ਚਾਹੁੰਦਾ ਨਾ ਤਾਂ ਜਿੱਥੋਂ ਅਸੀਂ ਸ਼ਕਤੀ ਹਾਸਲ ਕਰਦੇ ਹਾਂ ਤਾਂ ਇਸ ਘਰੋਂ ਮੁਕਤ ਮਿਲਦੀ ਹੈ, ਤੂੰ ਇੱਥੇ ਮੁਕਤ ਲੈਣੀ ਹੈ ਇਹਨਾਂ ਦੇ ਚਰਨਾਂ ਦੇ ਵਿੱਚ ਆ ਜਾ। ਆਓ ਬਗੈਰ ਗੁਰੂ ਤੇ ਕਦੇ ਮੁਕਤ ਨਹੀਂ ਹੋਣੀ, ਪੜੋ ਪ੍ਰੇਮ ਦੇ ਨਾਲ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਵਰਮੇ ਨਾਰਦੇ ਨੂੰ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਵਰਮੇ ਨਾਰਦੇ ਨੂੰ। ਬਿਨਾ ਗੁਰਾਂ ਤੋਂ ਮੁਕਤ ਨਾ, ਹਾਂ ਮੁਕਤ ਨਾ ਵਈ ਹੋਵੇ, ਪੁੱਛੋ ਵਰਮੇ ਨਾਰਦੇ ਨੂੰ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਵਰਮੇ ਨਾਰਦੇ ਨੂੰ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਵਰਮੇ ਨਾਰਦੇ ਨੂੰ। ਬਿਨਾ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਵਰਮੇ ਨਾਰਦੇ ਨੂੰ। Oh
ਜਾਂ ਮੁਕਤ ਦੀ ਇੱਛਾ ਹੋਵੇ ਤਾਂ ਫਿਰ ਸਾਧਨ ਕਰਨੇ ਸ਼ੁਰੂ ਕਰਦੇ ਨੇ। ਓ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰੇ ਮੋਦੀ ਖਾਨੇ 'ਚ ਆਪਾਂ ਨੂੰ ਗ੍ਰਸਤ ਦੇ ਵਿੱਚ ਰਹਿ ਕੇ ਬਿਹਾਰ ਸਿਖਾਲਦੇ ਨੇ ਤੇ ਨਾਲੇ ਭਜਨ ਕਰਨਾ ਦੱਸਦੇ ਨੇ ਵੀ ਇਉਂ ਕਰੋ ਗ੍ਰਸਤ ਦੇ ਵਿੱਚ। ਦੌਲਤ ਖਾਂ ਨਵਾਬ ਦੇ ਮੋਦੀ ਖਾਨੇ ਦੇ ਆਮ ਦੁਨੀਆ ਬਿਹਾਰ 'ਚ ਤਾਂ ਨੌਕਰ ਸਮਝੋ। ਤੇ ਫਿਰ ਕੀ ਕਰਦੇ ਨੇ, ਸਾਰਾ ਦਿਨ ਤੋਲ ਕੇ ਦਿੰਦੇ ਨੇ ਹਰ ਇੱਕ ਵਸਤੂ, ਸਾਰਾ ਦਿਨ। ਹਾਲਾਂਕਿ ਭਾਈ ਬਾਲਾ ਕੋਲ ਬੈਠਾ ਹੁੰਦਾ। ਭਾਈ ਵਾਲੇ ਨੂੰ ਨਹੀਂ ਕਹਿੰਦੇ ਵੀ ਸਾਨੂੰ ਦਮ ਦਵਾ ਦੇ ਲੈ ਤੂੰ ਤੋਲਦੇ ਹੁਣ, ਨਹੀਂ। ਕਹਿੰਦੇ ਜਿੱਥੇ ਵਾਹਿਗੁਰੂ ਦੇ ਹੱਥ ਲੱਗਣਗੇ ਉੱਥੇ ਘਾਟਾ ਨਹੀਂ ਪਵੇਗਾ। ਕੌਣ ਦੱਸਦਾ? ਗੁਰੂ। ਤੋਟ ਨਾ ਆਵੇ ਵੱਧ ਤੋਂ ਜਾਈ। ਕਹਿੰਦੇ ਗੁਰੂ ਸਾਹਿਬ ਜੀ ਜਿਹੜੀ ਚੀਜ਼ ਨੂੰ ਹੱਥ ਲਾ ਦੇਣਗੇ ਉਹ ਮੁੱਕੇਗੀ ਨਹੀਂ ਗੁਰਮੁਖ। ਔਰ ਨਾਮ ਔਰ ਨਾਮੀ ਦੇ ਵਿੱਚ ਫਰਕ ਨਹੀਂ ਹੈ। ਗੁਰੂ ਸਾਹਿਬ ਨੇ ਮਹਾਂਪੁਰਸ਼ਾਂ ਬਾਬਤ ਦੱਸਿਆ, ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ। ਆਪਾਂ ਤਾਂ ਦਿਨੇ ਕੰਮ ਕਰਦੇ ਨੇ, ਛਾਪਾਂ 'ਚ ਰਾਤ ਨੂੰ ਵੀ ਕਰਦੇ ਹਾਂ, ਪਰ ਆਪਾਂ ਕੰਮ ਕਰਦੇ ਹਾਂ ਨਾਮ ਦਾ ਸਿਮਰਨ ਨਹੀਂ ਕਰਦੇ। ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟਾ ਨਾਹੀ। ਨਖੁੱਟਦਾ ਹੀ ਨਹੀਂ ਆ, ਕੋਈ ਵਸਤੂ ਦੇਈ ਜਾਣ ਚਾਹੇ। ਔਰ ਇੱਕ ਜਫਾ ਦਾ ਮੈਂ ਤੁਹਾਨੂੰ ਸੁਣਾਉਣਾ, ਛੋਟੇ ਮਹਾਰਾਜ ਜੀ ਔਰ ਜਦ ਕੋ ਕਹਿੰਦੇ ਤੀ ਨਾ ਖਨੀ ਕਾਏ ਇਹ ਮਿਲ ਗਏ, ਕੀ ਹੁੰਦੇ ਨੇ ਉਹ ਗ੍ਰਹਿ ਜੇ। ਕਹਿੰਦੇ ਖਨੀ ਕੀ ਕਨੀ 7 ਗ੍ਰਹਿ ਇਕੱਠੇ ਹੋ ਗਏ, ਹੁਣ ਦੁਨੀਆ ਨਹੀਂ ਬਚਣੀ ਹੈ ਨਾ। ਅਨੁਮਾਨ ਜਾਏ ਲੋਕਾਂ ਦਾ ਲਾਇਆ ਹੋਇਆ, ਸਾਰੀ ਦੁਨੀਆ ਭਜਨ ਪਾਠ ਕਰਨ ਲੱਗੇ ਵੀ ਮਰ ਤਾਂ ਜਾਣੀ ਹੈ। ਮਰਨਾ ਯਾਦ ਆਉਂਦਾ ਫਿਰ ਬੜਾ ਭਜਨ ਕਰਦਾ ਹੈ ਜੇ ਹਰ ਵਕਤ ਕਰੀ ਜਾਈਏ। ਗੁਰੂ ਸਾਹਿਬ ਨੇ ਲਿਖਿਆ, ਦੁੱਖ ਪਿਆ ਹਰ ਸਿਮਰੀਏ, ਐਸਾ ਸਿਮਰੋ ਨਿਤ ਅਮਰਾ ਪ੍ਰਵਾਸਾ ਕਰੋ, ਗਿਆ ਬਹੋਰੇ ਵਿੱਚ। ਜਾਂ ਗਲ ਫੜ ਲੈਂਦੇ ਨਾ ਆ ਕੇ ਕੋਈ, ਜਦੇ ਆਪਾਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ। ਸੁੱਖ ਦੇ ਵਿੱਚ ਤਾਂ ਆਪਾਂ ਛਲਾਂਗਾ ਮਾਰਦੇ ਹਾਂ, ਛਲਾਂਗਾ ਇਸ ਤਰ੍ਹਾਂ ਦੇ ਨਾਲ। ਤੇ ਮਹਾਰਾਜ ਕਹਿਣ ਲੱਗੇ ਲਾਂਗਰੀ ਸਿੰਘ ਨੂੰ, ਸ਼੍ਰੀਮਾਨ ਨੂੰ, ਵੀ ਇਉਂ ਕਰ ਪ੍ਰੇਮੀਆਂ ਹੁਣ ਕੜਾਹ ਪ੍ਰਸ਼ਾਦ ਬਣਾਇਆ ਕਰ। ਕਿਸੇ ਦਾ ਫੁਰਨਾ ਨਾ ਰਹਿ ਜਾ, ਬੁੜਿਆਂ ਨੂੰ ਕੜਾਹ ਹੀ ਚਲਾ ਦੇ ਹੁਣ ਬਸ। ਕੜਾਹ ਹੀ ਚੱਲਣ ਲੱਗ ਗਿਆ ਗੁਰੂ ਕੋਲ 3 ਵੇਲ ਦਾ। ਜਦ ਉਹ ਗ੍ਰਹਾਂ ਦੀ ਹੱਦ ਟੱਪ ਗਈ, ਕਹਿੰਦੇ ਹੁਣ ਪ੍ਰਸ਼ਾਦਾ ਪਕਾਉਣਾ ਸ਼ੁਰੂ ਕਰ ਦੇਣਾ। ਕੜਾਹ ਹੀ ਖੜਾਈ ਗਏ ਲੋਕਾਂ ਨੂੰ। ਖੜਾ ਦੇਗਾ ਕੋਈ? 4 ਪ੍ਰਾਹੁਣੇ ਨਹੀਂ ਆਪਾਂ ਸਾਂਭ ਸਕਦੇ। ਇਹ ਕਾਹਦੀ ਬਤੌਲਤਾ, ਤਾਕਤ ਕਾਹਦੀ ਹੈ? ਉਹਨਾਂ ਨੇ ਨਾਮ ਦਾ ਸਿਮਰਨ ਕਰਕੇ ਸਿਮਰਨ ਦੀ ਤਾਕਤ ਨੂੰ ਆਪਣੇ ਮਨ ਦੇ ਵਿੱਚ ਜ਼ਾਹਰ ਕਰ ਲਿਆ। ਹੁਣ ਜਿੱਥੇ ਸਿਮਰਨ ਗੁਰੂ ਦੀ ਤਾਕਤ ਆ ਉੱਥੇ ਘਾਟਾ ਕੈਸਾ ਆ ਜਾਵੇਗਾ। ਗੁਰੂ ਨਾਨਕ ਦੇਵ ਮਹਾਰਾਜ ਜੀ, ਧੜੀ ਤਾਂ ਹੁੰਦੀ ਆ ਨਾ 10 ਸ਼ੇਰ ਦੀ, ਉਹ 13 ਦੀ ਛੱਡਦੇ, 13 ਸ਼ੇਰ ਦੀ। ਜਦ ਕਿਤੇ ਕਹਿੰਦਿਆਂ ਸਮਾਧੀ ਲੱਗ ਜਾਂਦੀ ਆ 13 ਤੇ 13 13 13 13 ਪੰਡਾ ਬਨ ਕੇ ਤੁਰੀ ਜਾਂਦੇ। ਫੇਰ ਰਾਤ ਨੂੰ ਖਾਣ ਪਾਨ ਕਰਕੇ ਘੰਟਾ ਬਰਾਜ ਕੇ 2 ਵਜੇ ਵੇਈ ਦੇ ਕਿਨਾਰੇ ਭਾਈ ਵਾਲੇ ਨੂੰ ਨਾਲ ਲੈ ਕੇ ਇਸ਼ਨਾਨ ਕਰਕੇ ਕੱਚਾ ਜਿਹਾ ਥੜਾ ਜਿਹਾ ਬਣਾਇਆ ਜੀ, ਉਸ 'ਤੇ ਬੈਠ ਕੇ ਸਮਾਧੀ ਲਾਉਂਦੇ ਸਨ। ਉਹ ਆਪਾਂ ਨੂੰ ਸਿਖਾਉਂਦੇ ਸੀ ਵੀ ਇਉਂ ਕਿਰਤ ਕਰੋ ਤੇ ਇਉਂ ਸਿਮਰਨ ਕਰੋ। ਆਪਾਂ ਇੱਕ ਪੱਖ ਫੜ ਲਿਆ, ਦੂਆ ਛੱਡ ਦਿੱਤਾ। ਜੇ ਦੂਆ ਹੈ ਤਾਂ ਦਿਖਾਵੇ ਮਾਤਰ ਆਪਣੇ ਕੋਲ, ਅਸਲੀਅਤ ਨਹੀਂ ਹੈ, ਦਿਖਾਵਾ। ਦਿਖਾਵਾ ਨਾ ਕਿਉਂ ਕਰਦਾ? ਜਾਂ ਵਡਿਆਈ ਜਾਂ ਮਾਇਆ, ਇਹ ਦੁਗਾ ਤਾਂ ਹੈ ਹੀ ਨਹੀਂ ਕੋਈ, ਨਾ ਉਹਨੂੰ ਪਤਾ ਹੀ ਹੈ। ਉਹ ਉੱਥੇ ਕੋਈ 3-4 ਮੀਲ 'ਤੇ ਪਿੰਡ ਸੀ ਮਹਿਲ ਸਿੰਘਾਂ। ਉੱਥੇ ਇੱਕ ਫਕੀਰ ਸੀ, ਚੌਧਰੀ ਰਹਿੰਦਾ ਸੀ।
ਬਹੁਤ ਪਿੰਡਾਂ ਦਾ ਮਾਲਕ ਹੁੰਦਾ ਜਿਹੜਾ ਚੌਧਰੀ ਹੁੰਦਾ, ਤੇ ਉਹਦੇ ਮਨ ਦੇ ਵਿੱਚ ਮੁਕਤ ਹੋਣ ਦੀ ਇੱਛਾ ਪੈਦਾ ਹੋਈ। ਉਹਨੇ ਆਪਣਾ ਮੁਨਾਜਾ ਉੱਥੇ ਮੂਰਤੀ ਰੱਖ ਲਈ, ਭਜਨ ਕਰਨਾ ਸ਼ੁਰੂ ਕਰ ਦਿੱਤਾ। ਉਹਨੂੰ ਬਹੁਤ ਹੀ ਬਰਾਗ ਸੀ, ਤਾਂ ਸਾਰੀ ਰਾਤ ਬੈਠਾ ਰਿਹਾ। ਆਵਾਜ਼ ਆਈ ਮੰਦਰ ਚੋਂ, ਆ ਭਗੀਰਥ, ਕੀ ਚਾਹੁੰਦਾ ਤੂੰ? ਕਹਿੰਦਾ ਮਹਾਰਾਜ ਜੀ ਮੈਂ ਮੁਕਤ ਲੈਣੀ। ਉਹ ਦੇਵਤਾ ਕਹਿੰਦਾ ਮੁਕਤ ਤਾਂ ਮੈਂ ਵੀ ਨਹੀਂ ਹਾਂ, ਤੇ ਮੈਂ ਤੈਨੂੰ ਮੁਕਤ ਕਿਵੇਂ ਕਰ ਦਾਂਗਾ? ਪਦਾਰਥ ਲੈ ਲਾ। ਪਦਾਰਥਾਂ ਦਾ ਤਾਂ ਕਹਿੰਦਾ ਮੈਂ ਅੱਗੇ ਹੀ ਦੁਖੀ ਕਰਿਆ ਹੋਇਆ, ਮੁਕਤ ਦੀ ਇੱਛਾ ਪੈਦਾ ਹੋਈ ਹੈ ਮੈਨੂੰ। ਉਹ ਦੇਵਤਾ ਕਹਿੰਦਾ ਲੈ ਮੈਂ ਤੈਨੂੰ ਦੱਸ ਦਿੰਦਾ ਜਿੱਥੋਂ ਮੁਕਤ ਮਿਲਣੀ ਹੈ। ਸੁਲਤਾਨਪੁਰੇ ਮੋਦੀ ਖਾਨੇ ਦਾ ਕੰਮ ਕਰਦਾ ਗੁਰੂ ਨਾਨਕ ਦੇਵ ਮਹਾਰਾਜ, ਜਾਂ ਮੁਕਤੀ ਦਾ ਘਰ ਹੈ ਉਹ। ਉੱਥੇ ਚਲਿਆ ਜਾ, ਜਿਹੜੀ ਤੂੰ ਵਸਤੂ ਚਾਹੁੰਦਾ ਤੈਨੂੰ ਮਿਲ ਜਾਵੇਗੀ ਗੁਰੂ। ਉਹ ਆ ਗਿਆ, ਖੜ ਗਿਆ ਸਾਹਮਣੇ। ਲਾਈਨਾਂ ਲੱਗੀਆਂ ਖੜੀਆਂ ਨੇ ਗਰੀਬਾਂ ਦੀਆਂ, ਮੋਢਿਆਂ ਤੇ ਖੇਸ ਰੱਖੇ ਹੋਏ ਨੇ ਪੰਡਾ ਬੰਨ੍ਹਣ, ਤੇ ਮਹਾਰਾਜ ਜੀ ਤੋਲ ਤੋਲ ਕੇ ਸਿੱਟੀ ਜਾਂਦੇ ਨੇ ਦਵਾ ਦਾ ਪੰਡਾ ਬੰਨ੍ਹ ਕੇ ਤੁਰੀ ਜਾਂਦੇ ਨੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਿਵੇਂ ਕਬੀਰ ਸਾਹਿਬ ਜੀ ਦਾ ਜੱਗ ਕਰਿਆ ਸੀਗਾ ਨਿਰਾਕਾਰ ਵਾਹਿਗੁਰੂ ਨੇ, ਧੰਨ ਕਬੀਰ, ਧੰਨ ਕਬੀਰ। ਉਹ ਇਸ ਤਰ੍ਹਾਂ ਦੇ ਨਾਲ ਦੁਨੀਆ ਕਰਦੀ ਜਾਂਦੀ ਹੈ। ਜਦ ਥੋੜ੍ਹੀ ਸੀੜ ਹੋ ਗਈ, ਭਗੀਰਥ ਖੜਾ ਦੇਖਿਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪ੍ਰੇਮੀਆਂ ਤੈਨੂੰ ਕੀ ਚਾਹੀਦਾ? ਜਾ ਕੇ ਨਮਸਕਾਰ ਕਰੀ, ਦਰਸ਼ਨ ਕਰਦਾ ਰਿਹਾ ਦੂਰੋਂ। ਤੈਂ ਕੀ ਪਦਾਰਥ ਲੈਣਾ? 4 ਪਦਾਰਥ ਨੇ ਦੁਨੀਆ ਦੇ ਵਿੱਚ, ਧਰਮ, ਅਰਥ, ਕਾਮ ਔਰ ਮੁਕਤ, ਮੋਕਸ਼ ਕਹਿੰਦੇ ਨੇ। ਕਹਿੰਦਾ ਮਹਾਰਾਜ ਜੀ ਮੈਂ ਤਾਂ ਮੁਕਤੀ ਲੈਣੀ। ਕਹਿੰਦੇ ਮਿਲ ਜਾਏਗੀ, ਮੁਕਤ ਮਿਲ ਜਾਏਗੀ, ਪਰ ਅਭਿਆਸ ਕਰਨਾ ਪਵੇਗਾ, ਐਵੇਂ ਨਹੀਂ ਮਿਲਣੀ। ਕੋਈ ਗੱਲਾਂ ਛੱਡਣੀਆਂ ਪੈਣੀਆਂ, ਕੁਛ ਧਾਰਨੀਆਂ ਪੈਣਗੀਆਂ। ਕੱਲ੍ਹ ਨੂੰ ਦੱਸਣਗੇ ਅੰਮ੍ਰਿਤ ਛਕਾਉਣ ਵੇਲੇ ਆਏ ਛੱਡਣੀਆਂ ਨੇ, ਆਏ ਧਾਰਨ ਕਰਨੀਆਂ ਨੇ। ਅੰਧ ਧੁੰਦ ਨਹੀਂ ਹੈ ਗੁਰੂ ਸਾਹਿਬ ਦਾ ਜਿਹੜਾ ਅਸੂਲ ਹੈ। ਕਹਿਣ ਲੱਗਿਆ ਅਸੀਂ ਤੇਰੇ ਨਾਲ ਕਰਾਵਾਂਗੇ, ਨਾਲ। ਜਿਸ ਤਰ੍ਹਾਂ ਵੱਡੇ ਮਹਾਰਾਜ ਜੀ ਜਾਂ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਜਿੰਨੇ ਜਿਗਿਆਸੂ ਬੰਦਗੀ ਕਰਨ ਵਾਲੇ ਹੁੰਦੇ ਸਨ, ਸਾਰਿਆਂ ਨੂੰ ਨਾਲ ਲੈ ਕੇ ਬਾਹਰ ਜੰਗਲ ਦੇ ਵਿੱਚ ਜਾ ਕੇ ਬੈਠਦੇ, ਨਾ ਰਜਾਈ ਲੈਣ ਦਿੰਦੇ। ਖਾਣ ਪਾਣ ਵੀ ਬਹੁਤ ਘੱਟ, ਧਰਤੀ 'ਤੇ ਪੈਣਾ, ਉਹ ਆਪ ਪੈਂਦੇ ਰਹੇ ਨਾ। ਉਹ ਇਸ ਤਰ੍ਹਾਂ ਫਿਰ ਜਦ ਆਪ ਇੱਥੇ ਆ ਗਏ ਰਾੜੇ ਦੀ ਟੱਕੀ, ਛੋਟੇ ਔਰ ਬੜੇ ਦੋਈ, ਯਾਨੀ 2 ਵਜੇ ਨੂੰ ਨਹਿਰ 'ਤੇ ਜਾ ਕੇ ਬੈਠ ਜਾਂਦੇ ਸਨ, ਦੋਈ ਜੋੜੀਓ ਹੀ। ਜਿੰਨੇ ਉੱਥੇ ਸਿੰਘ ਰਹਿੰਦੇ ਸੀ ਉਹ ਵੀ ਸਾਰੇ ਉੱਥੇ ਹੀ। ਉਹ ਇਸ ਤਰ੍ਹਾਂ ਨਾਲ ਉਹ ਸਾਧਨ ਕਰਾਉਂਦੇ ਸੀ। ਫਿਰ ਸਾਧਨ, ਹੁਣ ਇੱਕ ਇਨਸਾਨ ਹੈ, ਨਹਾ ਲਿਆ, ਬੈਠ ਗਿਆ ਬੈੱਡ 'ਤੇ, ਟੂਲ ਲਾ ਲਈ, ਕੀ ਉਹਦੀ ਸੁਰਤ ਚੜ੍ਹ ਜੂਗੀ ਤੁਹਾਨੂੰ? ਕੀ ਉਹ ਭਜਨ ਕਰ ਲਊਗਾ? ਟੂ ਲੱਗੀ ਨਹੀਂ, ਯਾਰ ਨੀਂਦ ਆਈ ਨਹੀਂ। ਉਹ ਤੰਦਰਾ ਨਹੀਂ ਚਲਿਆ ਜਾਂਦਾ, ਕਹਿੰਦਾ ਮੇਰੀ ਸਮਾਧੀ ਲੱਗੀ ਹੋਈ। ਸਮਾਧੀ ਲਾਉਣੀ ਤਾਂ ਬਹੁਤ ਔਖੀ ਆ ਗੁਰੂ ਕੋਲ। ਸਮਾਧੀ ਦਾ ਨਾਂ ਸੁਣ ਲੈਣਾ ਸਕਾਲਾ, ਜਦ ਸਮਾਧੀ ਲਾਉਣੀ ਹੈ ਨਾ, ਅਭਿਆਸ ਕਰਕੇ ਮਨ ਨੂੰ ਇਕੱਠਾ ਕਰਨਾ, ਜਦ ਪਤਾ ਲੱਗਦਾ। ਉਹ ਇਸ ਤਰ੍ਹਾਂ ਦੇ ਨਾਲ ਅਭਿਆਸ ਕਰਾਉਂਦੇ ਹੁੰਦੇ ਸੀ, ਨਾਲ ਬਹੁਤ ਅਭਿਆਸ ਕਰਾਉਂਦੇ ਸੀ। ਉਹ ਇਸ ਤਰ੍ਹਾਂ ਕਈ ਅਸੀਂ ਤਾਂ ਬਹਾਨਾ ਲਾ ਦਿੰਦੇ ਸੀ, ਮੈਨੂੰ ਤਾਂ ਨਜਲਾ ਹੋਇਆ, ਐਵੇਂ ਬੰਨ ਲੈਣਾ ਸਿਰ 'ਤੇ ਮੋਕੜ ਜਾ। ਕਹਿੰਦੇ ਚੰਗਾ ਤੂੰ ਫਿਰ ਆਰਾਮ ਕਰ ਲਾ। ਹੁੰਦੀ ਸੀ ਖਜਰਵਾਦੀ, ਕਿਉਂ ਪਾਲੇ ਮਰਨਾ, ਨਹਿਰ 'ਤੇ ਬੈਠਣਾ, ਤੇਲ ਪੈਣੀ, ਕੋਈ ਸੌਖੀ ਗੱਲ ਵਾ? ਅਸੀਂ ਉਹ ਦਿਨ ਕੱਟੇ ਨੇ ਇਸ ਤਰ੍ਹਾਂ ਸੰਤਾਂ ਨਾਲ। ਉਹ ਹਮੇਸ਼ਾ ਹੀ ਬਿਲਾ ਨਾਗਾ ਨਹਿਰ 'ਤੇ ਜਾ ਕੇ ਬੈਠਦੇ ਹੁੰਦੇ ਸੀ, ਸਾਧਨਾ ਕਰਾਉਂਦੇ ਵੀ ਕੋਈ ਨਾ ਕੋਈ, ਕਿਸੇ ਦਾ ਕੋਈ ਤਾਂ ਨਿਕਲੂਗਾ ਹੀ। ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਨੇ ਉਸ ਨੂੰ ਫਿਰ ਹਦਾਇਤਾਂ ਕਰੀਆਂ। ਭਗੀਰਥ ਨੂੰ ਹਦਾਇਤਾਂ ਹੁੰਦੀਆਂ ਨੇ, ਚਰਣਾ ਅੰਮ੍ਰਿਤ ਲੈ ਲਿਆ, ਨਾਮ ਦਾ ਉਪਦੇਸ਼ ਦੇ ਦਿੱਤਾ,
ਕਹਿਣ ਲੱਗਿਆ ਭਗੀਰਥ, ਤੈਂ ਜਿਹੜਾ ਤੇਰੀ ਸੁਰਤ ਹੈ ਨਾ, ਇਹ ਨਾਮ ਦੇ ਨਾਲ ਇਸ ਤਰ੍ਹਾਂ ਲਾਉਣੀ ਹੈ, ਤੇਲ ਧਾਰਾਵਤ। ਤੇਲ ਧਾਰਾਵਤ, ਤੇਲ ਧਾਰਾਵਤ ਦਾ ਮਤਲਬ ਕੀ ਹੈ? ਜਿਹੜਾ ਸਰੋਂ ਦਾ ਤੇਲ ਹੁੰਦਾ ਨਾ, ਤੁਸੀਂ ਉਸ ਦੀ ਧਾਰ ਪਾਉਣ ਲੱਗ ਜਾਵੋ ਦੂਏ ਬਰਤਨ ਦੇ ਵਿੱਚ, ਉਹ ਕਦੇ ਟੁੱਟੇਗੀ ਨਹੀਂ। ਤੁਸੀਂ ਪਾਣੀ ਪਾਉਣ ਲੱਗ ਜਾਓ, ਹਵਾ ਵਗੇ ਤਾਂ ਫਿਰ ਉਹ ਟੁੱਟ ਜਾਵੇਗਾ, ਪਾਣੀ ਹੌਲਾ ਹੁੰਦਾ। ਇਸ ਤਰ੍ਹਾਂ ਮਨ ਨੂੰ ਸ਼ਬਦ ਦੇ ਨਾਲ ਜੋੜਨਾ, ਤੇਲ ਧਾਰਾਵਤ। ਫਿਰ ਅੱਗੇ ਦੱਸਿਆ ਵੀ ਪਾਣਾ ਮਿੱਠਾ ਕਰਕੇ ਮੰਨਣਾ। ਪਾਣਾ ਜੋ ਦੁੱਖ ਸੁੱਖ ਆਉਂਦਾ ਸਰੀਰ ਤੇ, ਘਬਰਾਉਣਾ ਨਹੀਂ। ਵੀ ਠੀਕ ਆ, ਪਰਮੇਸ਼ਰ ਦੀ ਨੇਤ ਹੈ, ਇਹਦਾ ਸਰੀਰ ਵਿਆਧੀ ਨੂੰ ਮੰਦਣ, ਇਹਦਾ ਸਰੀਰ ਦਾ ਸੁਭਾਅ ਹੀ ਆ ਦੁੱਖ ਸੁੱਖ ਆਉਣਾ। ਇਸ ਨੂੰ ਕੋਈ ਮਰ ਗਿਆ, ਕੋਈ ਜੰਮ ਪਿਆ, ਕਦੇ ਘੱਟ ਹੋ ਗਿਆ, ਕਦੇ ਕਾਲ ਪੈ ਗਿਆ। ਪਰ ਪਾਣੇ 'ਚ ਰਹਿਣਾ, ਪਾਣੇ 'ਚ ਹਉਂ ਦਾ ਤਿਆਗ ਕਰਨਾ। ਹਉਂ ਦੀ ਜਿਹੜੀ ਗੱਲ ਹੈ ਅਸਲੀ ਹੈ ਭਗੀਰਥ, ਇਹਨਾਂ ਚੀਜ਼ਾਂ 'ਚ ਇੱਕ ਚੀਜ਼ ਦੇ ਨਾਲ ਤਾਂ ਤੇਲ ਧਾਰਾਵਤ ਜੁੜ ਜਾ। ਆਹ ਦੋ ਚੀਜ਼ਾਂ ਨੂੰ, ਪਾਣੇ ਤੇ ਸ਼ੰਕਰ ਔਰ ਹਉਂ ਨੂੰ ਤਿਆਗ ਦੇ, ਜਾਂ ਤੈਨੂੰ ਗਿਆਨ ਦੀ ਪ੍ਰਾਪਤੀ ਹੋ ਜਾਵੇ। ਜਿਹਦੇ ਅੰਦਰ ਹਉਂ ਹੈ, ਸਿਮਰਨ ਕਰਦਾ ਹੈ, ਨਹੀਂ ਵਸਤੂ ਪ੍ਰਾਪਤ ਹੋਵੇਗੀ। ਭਾਵੇਂ ਸ਼ਕਤੀ ਹੋ ਜਾਵੇ ਪਰ ਮੁਕਤੀ ਨਹੀਂ ਹੋਵੇਗੀ। ਤਾਂ ਤਿੰਨ ਚੀਜ਼ਾਂ ਦਾ ਸਾਧਨ ਕਰਾਇਆ। 2 ਵਜੇ ਮਹਾਰਾਜ ਜੀ ਬੈਠਦੇ ਸਨ, ਨਾਲ ਭਗੀਰਥ ਨੂੰ ਲਿਜਾਇਆ ਕਰ। 1.25 ਮਹੀਨੇ ਤੋਂ ਬਾਅਦ ਭਗੀਰਥ ਨੂੰ ਆਪਣੇ ਆਤਮਾ ਦਾ ਗਿਆਨ ਹੋ ਗਿਆ। ਹੁਣ ਆ ਪਦਾਰਥਾਂ ਦਾ ਗਿਆਨ ਕਿਹਨੂੰ ਹੈ? ਰਗੜਿਆਂ ਝਗੜਿਆਂ ਦਾ ਗਿਆਨ ਕਿਹਨੂੰ ਹੈ? ਸਰੀਰ ਨੂੰ ਹੈ? ਨਹੀਂ, ਮਨ ਨੂੰ ਹੈ। ਮਨ ਦੁਆਰਾ ਅਭਿਆਸ ਕਰਿਆ, ਸ਼ਬਦ ਦੇ ਨਾਲ ਜੋੜ ਕੇ ਉਸੇ ਮਨ ਨੂੰ ਗਿਆਨ ਹੋ ਗਿਆ ਵੀ ਮੇਰਾ ਸਰੂਪ ਕੌਣ ਹੈ। ਜਦ ਸਰੂਪ ਦਾ ਪਤਾ ਲੱਗ ਗਿਆ ਫਿਰ ਲਾਇ ਹੋ ਗਿਆ। ਇਹਨੂੰ ਗਿਆਨ ਕਹਿੰਦੇ ਨੇ। ਗਿਆਨ, ਗਿਆਨ ਕੋਈ ਹੋਰ ਭਾਰ ਨਹੀਂ, ਕਿਧਰੋਂ ਬਾਹਰੋਂ ਖਰੀਦਣਾ ਨਹੀਂ ਹੈ। ਇਹ ਮਨ ਨੇ ਹੀ ਉਸ ਗੱਲ ਨੂੰ ਅਨੁਭਵ ਕਰ ਲੈਣਾ। ਜਦ ਇਸ ਤਰ੍ਹਾਂ ਦਾ ਉਸਨੇ ਦੱਸਿਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਠੀਕ ਹੈ, ਜਾ ਹੁਣ ਤੂੰ ਗ੍ਰਸਤ ਦੇ ਵਿੱਚ ਰਹਿ, ਕਾਰੋਬਾਰ ਕਰ, ਜਿਹੜਾ ਤੇਰਾ ਕਾਰਜ ਸੀ, ਜਿੰਨਾ ਚਿਰ ਸਰੀਰ ਹੈ ਰਹਿ, ਜੀਵਨ ਮੁਕਤੀ ਦਾ ਆਨੰਦ ਲੈ। ਫਿਰ ਤੂੰ ਆਪਣਾ ਜਦ ਸਾਹ ਨਿਕਲ ਜਾਣਗੇ, ਜੋ ਨਿਰਾਕਾਰ ਵਾਹਿਗੁਰੂ ਆ ਉਹਦੇ ਵਿੱਚ ਲੈ ਹੋ ਜੀ। ਲੈ ਪਹਿਲਾਂ ਹੀ ਹੋਇਆ ਸੀ। ਜਿਹੜੀ ਪਹਿਲਾਂ ਚੀਜ਼ ਲੈ ਹੋਊਗੀ ਤਦੇ ਹੀ ਫਿਰ ਹੋਊ, ਪਹਿਲਾਂ ਨਹੀਂ ਹੋਈ ਬਾਅਦ ਵੀ ਨਹੀਂ ਹੋ ਸਕਦੀ। ਸਰੀਰ ਦੇ ਹੁੰਦਿਆਂ ਆਪਾਂ ਜੀਵ ਨੂੰ ਆਤਮਾ ਦੇ ਵਿੱਚ ਲੈ ਕਰਨਾ। ਗੁਰੂ ਵਾਲੇ ਬਣ ਕੇ ਜੇ ਕਹੇ ਮਰੇ ਤੇ ਕਰ ਦੂੰਗਾ, ਮਰੇ ਤੇ ਵੀ ਕਦੇ ਆਤਮਾ 'ਚ ਲੈ ਹੋਇਆ ਕੋਈ? ਹਾਂ, ਮਰੇ ਤੇ ਇੱਕ ਅਵਸਥਾ ਪ੍ਰਾਪਤ ਹੁੰਦੀ ਹੈ ਜਿਹਨੂੰ ਵਿਦੇਹ ਮੁਕਤ ਕਹਿੰਦੇ। 2 ਕਿਸਮ ਦੀ ਮੁਕਤ ਹੈ, ਪੱਖ 2 ਨੇ ਹਰ ਇੱਕ। ਪਹਿਲਾਂ ਤਾਂ ਇਹਨੇ ਜੀਵਨ ਮੁਕਤ ਹੋਣਾ ਗੁਰੂ ਵਾਲਾ ਬਣ ਕੇ। ਜਦ ਇਹ ਜੀਵਨ ਮੁਕਤ ਹੋ ਜਾਊਗਾ, ਜੀਵਨ ਮੁਕਤੀ ਦਾ ਆਨੰਦ ਲਵੇਗਾ, ਜਿਵੇਂ ਆਪਾਂ ਪਦਾਰਥਾਂ ਦਾ ਲੈ ਲਏ। ਤੇ ਜਦ ਸਾਹ ਪੂਰੇ ਹੋਣਗੇ ਫਿਰ ਇਹ ਵਿਦੇਹ ਮੁਕਤ ਹੋ ਜਾਏਗਾ। ਫਿਰ ਦੇਹ ਵੀ ਇਹ ਤੋਂ ਅਲੱਗਾ ਹੋ ਜਾਵੇਗੀ। ਉਹ ਜਿਹੜਾ ਨਿਰਾਕਾਰ ਵਾਹਿਗੁਰੂ ਉਹਦੇ 'ਚ ਫਿਰ ਅਲੱਗ ਹੋ ਜਾਵੇਗੀ। ਆਓ ਗੁਰੂ ਸੇ ਬਗੈਰ ਕਦੇ ਮੁਕਤ ਨਹੀਂ ਹੋਣੀ। ਗੁਰੂ ਆਪਣੇ ਆਪ ਇਸ ਤਰ੍ਹਾਂ। ਆਓ ਅਮਰਦਾਸ ਜੀ ਸੁਣ ਸੁਣਾ ਕੇ ਗੰਗਾ ਦੀ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਸਾਲ ਦੇ ਵਿੱਚ 2 ਦਫਾ ਗੰਗਾ ਦੀ ਯਾਤਰਾ ਕਰਦੇ ਨੇ, ਪੈਦਲ ਜਾਂਦੇ ਨੇ, ਪੈਦਲ। ਦੇਖ ਲਓ ਜਿਹਨੇ ਜੀਵਨ ਸਫਲਾ ਕਰਨਾ ਕਿਤਨੀ ਕਠਿਨਾਈ ਚੱਲਦਾ ਉਹ। ਤੇ ਆਪਾਂ 2 ਟਾਈਮ ਗੁਰੂਦੁਆਰੇ ਆ ਕੇ ਕਥਾ ਕੀਰਤਨ ਵੀ ਨਹੀਂ ਸੁਣ ਸਕਦੇ। ਤੇ ਗੁਰੂ ਸਤੋਤਰ ਪੜ੍ਹਨਾ ਸ਼ੁਰੂ ਨੂੰ ਹੀ ਕਰਿਆ ਔਰ
ਪਿੱਠ ਦਿੱਤੀ ਨਹੀਂ ਗੁਰੂ ਸਾਹਿਬ ਜੀ ਨੂੰ। ਭਾਲਦੇ ਕੀ ਹੋ ਫਿਰ ਇੱਥੇ? ਜਾਣਾ ਤਾਂ ਉਹਦੇ ਕੋਲ ਹੀ ਆ ਜਿਹਨੂੰ ਪਿੱਠ ਦਿੰਦੇ ਹੋ ਤੁਸੀਂ। ਦੱਸ ਦੇਗਾ ਤੁਹਾਨੂੰ ਫਿਰ ਉਹ। ਗੁਰੂ ਦਾ ਹੁਕਮਨਾਮਾ ਸੁਣ ਕੇ ਜਾਣਾ ਚਾਹੇ। ਜਿਵੇਂ ਫਾਈਲ ਤਿਆਰ ਹੁੰਦੀ ਹੈ ਨਾ, ਫਾਈਲ, ਹੁਣ ਆਪਾਂ ਫਾਈਲ ਤਿਆਰ ਕਰਦੇ ਹਾਂ, ਫਿਰ ਫਾਈਲ 'ਤੇ ਮੋਹਰ ਕੌਣ ਲਾਵੇਗਾ? ਜਿਹੜਾ ਇਹਦਾ ਕਰਤਾ ਹੈ ਕਥਾ ਕੀਰਤਨ ਦਾ, ਉਹ ਕੌਣ ਹੈ? ਗੁਰੂ। ਸਾਹਮਣੇ ਪ੍ਰਕਾਸ਼ ਹੈ। ਉਹ ਫਿਰ ਆਪਣੇ ਹੁਕਮ ਦੁਆਰਾ ਮੋਹਰ ਲਾਵੇਗਾ ਫਾਈਲ 'ਤੇ ਵੀ ਠੀਕ ਹੈ ਤੇਰੀ, ਦੱਸੇਗਾ, ਐਵੇਂ ਨਹੀਂ। ਉਹ ਇਸ ਤਰ੍ਹਾਂ ਨੇ ਗੰਗਾ ਦੀ ਯਾਤਰਾ ਕਰਨੀ ਸ਼ੁਰੂ ਕਰਤੀ। ਇਤਿਹਾਸ ਗਵਾਹ ਵੀ 12 ਸਾਲ, ਦੇਖ ਲਓ, 2 ਦਫਾ ਜਾਣਾ ਸਾਲ ਦੇ ਵਿੱਚ। ਤੇ ਫਿਰ ਜਦ ਪਿਛਲੀ ਯਾਤਰਾ ਸੀ, ਇੱਕ ਜੋਸਤੀ ਪਾਮ ਮਿਸਟ, ਹੱਥਾਂ ਪੈਰਾਂ ਦੀਆਂ ਰੇਖਾ ਦੇਖਣ ਵਾਲਾ ਜੋਸਤ ਵਿਦਿਆ, ਜਿਹੜੀ ਇਹ 14 ਵਿਦਿਆ ਨੇ ਸਾਰੀਆਂ, 13 ਸਥੂਲ ਨੇ, 14ਵੀਂ ਸੂਖਮ। ਉਹ ਸੂਖਮ ਵਿਦਿਆ ਦਾ ਕੇਂਦਰੀ ਪ੍ਰਕਾਸ਼ ਹੈ ਨਾ ਸਾਹਮਣੇ। ਜਿਹੜੀ ਵਿਦਿਆ ਹੁੰਦੀ ਹੈ ਨਾ, ਜਿਹੜੀ ਵਿਦਿਆ ਦੀ ਤਾਕਤ ਹੁੰਦੀ ਹੈ ਨਾ, ਜਦੋਂ ਵਿਦਿਆ ਨੂੰ ਦੇ ਅਧਿਐਨ ਕਰਦਾ ਕਰਦਾ ਟੌਪ 'ਤੇ ਚਲਿਆ ਜਾਂਦਾ ਵਿਦਿਆ ਦੇ, ਉਹ ਫਿਰ ਵਿਦਿਆ ਦੀ ਤਾਕਤ ਉਹਦੇ 'ਚ ਆ ਜਾਂਦੀ ਹੈ। ਜਾਂ ਉਸ ਨੂੰ ਉਹ ਜਾਣ ਜਾਂਦਾ ਵੀ ਵਿਦਿਆ ਦਾ ਸਾਰ ਕੀ ਹੈ। ਆਤਮ ਵਿਦਿਆ ਦਾ ਸਾਰ ਕੀ ਹੈ? ਅਧਿਐਨ ਕਰਦਿਆਂ ਕਰਦਿਆਂ ਆਤਮਾ ਸਾਖਿਆਤ ਹੋ ਜਾਣਾ। ਸਮਝੋ, ਫਲ ਮਿਲ ਗਿਆ। ਪਾਵਿਸ਼, ਹੱਥਾਂ ਪੈਰਾਂ ਦੀਆਂ ਰੇਖਾ ਦੇਖਣ ਵਾਲਾ, ਪੰਜੀਰੀ ਆਦਿਕ ਕਰਕੇ ਲਿਜਾਂਦੇ ਸਨ ਲੋਕ ਤਗੜੇ ਦਾ। ਅੱਜ ਕੱਲ੍ਹ ਤਾਂ ਬਹੁਤ ਸਾਧਨ ਨੇ, ਇੰਨੇ ਸਾਧਨ ਸੁਖਦੇ ਨੇ, ਫਿਰ ਵੀ ਇਹ ਭਜਨ ਨਹੀਂ ਕਰਦਾ। ਇਤਨੇ ਔਖੇ ਸਾਧਨਾਂ ਦੁਆਰਾ ਲੋਕ ਪਰਮਾਰਥ ਸੰਵਾਰਨ ਵਾਸਤੇ ਕਿਤਨੀਆਂ ਕਠਿਨਾਈਆਂ ਕਾਲਦੇ ਸਨ, ਮਿਹਨਤਾਂ ਕਰਦੇ ਸਨ। ਤੇ ਫਿਰ ਪੰਜੀਰੀ ਚੱਕਣੀ, ਮਹੀਨੇ ਬਾਅਦ ਮੁੜ ਕੇ ਆਉਣਾ, 2-2 ਮਹੀਨੇ ਬਾਅਦ। ਅੱਜ ਕੱਲ੍ਹ ਤਾਂ ਜਾਓ ਆਥਣ ਨੂੰ ਮੁੜਿਆ, ਐਰੋਪਲੈਨ ਹੋ ਗਏ, ਬਹੁਤ ਕੁਛ ਆ। ਆ ਵਿੱਚੇ ਬੈਠਿਆਂ ਨੂੰ ਇੱਕ ਫੱਟਾ ਜਿਹਾ ਕੱਢ ਕੇ ਉੱਤੇ ਰੱਖਣਾ ਸ਼ੁਰੂ ਕਰ ਦਿੰਦੇ ਨੇ, ਉਰਾ ਪਰਾ ਜਿਹਾ। ਦੱਸੋ ਕੀ ਔਖਾ ਹੈ? ਉਹ ਸਿਰ 'ਤੇ ਪੰਜੀਰੀ ਚੱਕਣੀ, ਗੁਰਮੁਖੋ ਪੈਦਲ ਜਾਣਾ, ਫਿਰ ਪੰਜੀਰੀ ਖਾਣੀ, ਫਿਰ ਤੁਰ ਜਾਣਾ, ਰਾਤ ਕੱਟਣੀ। ਇਸ ਤਰ੍ਹਾਂ ਦੇ ਨਾਲ ਪਰਮਾਰਥ ਵੀ ਸਿੱਧ ਹੋ ਜਾਵੇ। ਤਾਂ ਜਦ ਮੁੜ ਕੇ ਆਏ ਨਾ, ਉਹ ਜਿਹੜਾ ਜੋਸਤੀ ਸੀ ਉਹ ਗੁਰੂ ਵਾਲਾ ਸੀ। ਅਮਰਦਾਸ ਜੀ ਨਗੁਰੇ ਸਨ। ਨਗੁਰੇ ਸ਼ੌਂਕ ਜ਼ਰੂਰ ਸੀ ਵੀ ਮੈਂ ਮੁਕਤ ਹੋ ਜਾਵਾਂ, ਪਰ ਨਗੁਰਾ ਮੁਕਤ ਨਹੀਂ ਹੋਵੇ। ਤੀਰਥ ਯਾਤਰਾ ਜ਼ਰੂਰ ਕਰਦੇ ਵੀ ਸ਼ੌਂਕ ਨਾਲ ਸੀ, ਸ਼ਰਧਾ ਨਾਲ। ਪੁੰਨ ਮਿਲ ਜਾਵੇਗਾ ਪਰ ਮੁਕਤੀ ਨਹੀਂ ਮਿਲੇਗੀ। ਉਹ ਜਿਹੜਾ ਬ੍ਰਹਮਚਾਰੀ ਸੀ ਜੋਸਤੀ, ਉਹ ਗੁਰੂ ਵਾਲਾ ਸੀ। ਉਹ ਨਗੁਰੇ ਦੇ ਹੱਥੋਂ ਲੈ ਕੇ ਚੀਜ਼ ਨਹੀਂ ਸੀ ਖਾਂਦਾ। ਨਗੁਰੇ ਦੇ ਹੱਥੋਂ ਜਦ ਆਪਾਂ ਵੀ ਅੰਮ੍ਰਿਤਪਾਨ ਕਰਾਉਂਦੇ ਹਾਂ, ਅੰਮ੍ਰਿਤ ਛਕਾਉਂਦੇ ਹਾਂ, ਅਤੇ ਆਪਾਂ ਵੀ ਜਿਹੜੇ ਛਕਣ ਵਾਲੇ ਨੇ ਉਹਨਾਂ ਨੂੰ ਕਹਿੰਦੇ ਉਹ ਬੇਅਮ੍ਰਿਤੀ, ਇਹਦਾ ਝੂਠਾ ਨਹੀਂ ਖਾਣਾ। ਬੇਅਮ੍ਰਿਤੀਆ ਕੌਣ ਹੈ? ਉਹ ਨਗੁਰਾ ਹੈ। ਬੇਅਮ੍ਰਿਤੀ ਦਾ ਝੂਠਾ ਕਹਿੰਦੇ ਕੀਤੇ ਜਪ ਤਪ ਨਸ਼ਟ ਹੋ ਜਾਂਦੇ ਨੇ ਜੇ ਨਗੁਰੇ ਦੇ ਹੱਥੋਂ ਲੈ ਕੇ ਖਾ ਲਵੇ। ਉਹ ਬ੍ਰਹਮਚਾਰੀ ਮੁੜਦੇ ਹੋਏ ਕਿਤੇ ਆ ਕੇ ਰਿਹਾਇਸ਼ ਕਰੀ, ਪੰਜੀਰੀ ਲੈ ਕੇ ਖਾਂਦਾ ਰਿਹਾ। 72 ਸਾਲ ਦੀ ਉਮਰ, ਬਹੁਤ ਕੋਮਲ ਸੁਭਾਅ, ਚਿੱਟਾ ਦਾੜਾ, ਸਦੋ ਗੁਣੀ ਸਾਰੀ ਕਿਰਿਆ। ਅਮਰਦਾਸ ਜੀ ਵਿਰਾਜ ਗਏ ਤਾਂ ਚਰਨ ਨੰਗਾ ਰਹਿ ਗਿਆ, ਕਿਤੇ ਲੀੜੇ ਤੋਂ ਬਾਹਰ। ਉਹ ਜੋਸਤੀ ਨੇ ਪੈਰ ਕੰਨੀ ਨਿਗਾਹ ਚਲੀ ਗਈ, ਚਰਨਾਂ ਕੰਨੀ। ਉਸ ਨੇ ਪਾਦਮ ਰੇਖਾ ਦੇਖੀ, ਚਰਨ ਦੇ ਵਿੱਚ ਪਾਦਮ ਰੇਖਾ। ਜਾਂ ਤਾਂ ਕਹਿੰਦੇ ਚੱਕਰਵਰਤੀ ਰਾਜੇ ਦੇ ਹੁੰਦੀ ਹੈ,
ਜਾਂ ਫਿਰ ਕਹਿੰਦੇ ਅਵਤਾਰਾਂ ਦੇ ਹੁੰਦੀ ਹੈ, ਈਸ਼ਰ ਕੋਟੀ ਜੇ ਹੁੰਦੇ ਨੇ, ਜਾਂ ਫਿਰ ਕਹਿੰਦੇ ਬ੍ਰਹਮ ਗਿਆਨੀਆਂ ਦੇ ਹੁੰਦੀ ਹੈ। ਉਸ ਨੇ ਦੇਖੀ ਰੇਖਾ, ਫਿਰ ਉਹਨੇ ਵਿਦਿਆ ਕਨੀ ਨਿਗਾਹ ਮਾਰੀ ਵੀ ਇਹ ਜਿਹੜੀ ਰੇਖਾ ਇਸ ਬਜ਼ੁਰਗ ਦੇ ਪੈਰ ਦੇ ਵਿੱਚ, ਇਹ ਰੇਖਾ ਦਾ ਜੋ ਤਾਕਤ ਹੈ ਉਹ ਜ਼ਾਹਰ ਕਿਉਂ ਨਹੀਂ ਹੋਈ। ਮੇਰੀ ਵਿਦਿਆ ਦੱਸਦੀ ਹੈ ਵੀ ਆ ਤਾਂ ਇਹ ਈਸ਼ਰ ਕੋਟੀਆਂ 'ਚ ਜਾਵੇਗਾ, ਇਹ ਆਏ ਚੱਕਰਵਰਤੀ ਰਾਜਾ ਬਣੇਗਾ, ਰੰਗ ਕਿਉਂ ਨਹੀਂ ਦਿਖਾਇਆ ਰੇਖਾ ਨੇ। ਖੈਰ ਅਮਰਦਾਸ ਜੀ ਨੂੰ ਜਾਗ ਆਈ। ਉਹ ਜੋਸਤੀ ਕਹਿੰਦਾ, ਬਾਬਾ ਜੀ ਆ ਜਿਹੜੀ ਤੁਹਾਡੇ ਪੈਰ ਦੇ ਵਿੱਚ ਰੇਖਾ ਹੈ ਨਾ, ਮੈਨੂੰ ਆਪਣੀ ਜੋਸਤ ਤੇ ਪੂਰਾ ਮਾਣ ਹੈ। ਜਾਂ ਤਾਂ ਤੁਸੀਂ ਈਸ਼ਰ ਕੋਟੀਆਂ 'ਚ ਹੋਵੋਗੇ ਜਾਂ ਚੱਕਰਵਰਤੀ ਰਾਜੇ ਹੋਵੋਗੇ। ਇਸ ਨੇ ਰੰਗ ਕਿਉਂ ਨਹੀਂ ਦਿਖਾਇਆ, ਇਹੋ ਦੱਸੋ ਤੁਹਾਡਾ ਗੁਰੂ ਕੌਣ। ਗੁਰੂ ਨੇ ਇਸ ਰੇਖਾ ਨੂੰ ਜ਼ਾਹਰ ਕਰਨਾ। ਜਦ ਇਤਨੀ ਗੱਲ ਕਹੀ ਅਮਰਦਾਸ ਮਹਾਰਾਜ ਨੂੰ ਪਤਾ ਨਹੀਂ ਸੀ ਵੀ ਗੁਰੂ ਕੌਣ ਹੁੰਦਾ। ਬਗੈਰ ਗੁਰ ਤੋਂ ਕਦੇ ਮਨੁੱਖਾਂ ਦੇ ਵੀ ਨਹੀਂ ਮਿਲਦੀ ਗੁਰੂ। ਜਦ ਇਤਨੀ ਗੱਲ ਕਹੀ ਉਸਨੇ ਕਹਿੰਦਾ, ਮੈਂ ਨਿੰਦਨੀ ਕਰਮ ਦੇ ਨੇੜੇ ਨਹੀਂ ਜਾਂਦਾ। ਖੋਟ ਸਮੰਤਰ ਜਿਹੜਾ 16 ਅੱਖਰਾਂ ਦਾ ਧਰੂ ਨੇ ਜਪਿਆ ਸੀ, ਜਦ ਮਦਰਈ ਨੇ ਚਪੇੜਾਂ ਮਾਰੀਆਂ, ਫਿਰ ਨਾਰਦ ਜੀ ਨੇ ਦੱਸਿਆ ਉਸਨੂੰ ਗੁਰੂ ਸੇ ਬਗੈਰ ਕਦੇ ਹੀ ਨਹੀਂ ਸਿੱਧ ਹੋਵੇਗੀ ਗੱਲ। ਮੈਂ ਇੱਕ ਪੱਕੀ ਵਾਲਾ ਰੋਜ਼ ਫੇੜਦਾ, 16 ਅੱਖਰਾ ਸ਼ਬਦ ਆ ਉਹ ਮੰਤਰ। ਉਹ ਕਹਿਣ ਲੱਗਾ, ਜੋਸਤੀ ਬਜ਼ੁਰਗਾ, ਹਾਂ ਇੱਕ ਪੱਕੀ ਟਾਕੀ ਚਾਹੇ ਤੂੰ 100 ਪੱਕੀ ਮਾਲਾ ਫੇਰੀ ਜਾ ਨਗੁਰਿਆ, ਤੇਰੀ ਇਹ ਫੇਰੀ ਹੋਈ ਸਾਰੀ ਬੇਅਰਥ ਹੈ। ਤੈਨੂੰ ਤਾਂ ਮਨੁੱਖਾ ਦੇ ਵੀ ਨਹੀਂ ਮਿਲਣੀ ਹੈ ਨਗੁਰਿਆ। ਹਕੀਕਤ ਦੱਸਦਾ ਉਹ ਜੋਸਤੀ ਹੈ ਜਿਹੜਾ। ਉਹ ਅਮਰਦਾਸ ਹੈਰਾਨ ਹੋ ਗਏ, ਕਹਿਣ ਲੱਗਾ, ਤੈਨੂੰ 72 ਸਾਲ ਦੀ ਉਮਰ ਹੋ ਗਈ, ਕਿਨਾਰੇ ਤੇ ਆ ਗਿਆ, ਨਗੁਰਾ ਹੈ, ਤੈਨੂੰ ਤਾਂ ਮਨੁੱਖਾ ਦੇ ਵੀ ਨਹੀਂ ਮਿਲਣੀ। ਪੜੋ ਪ੍ਰੇਮ ਨਾਲ, ਨਾਲੇ ਘਬਰਾ ਗਿਆ ਉਹ ਜਿਹੜਾ ਸੀਗਾ ਜੋ। ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ, ਉਹ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਮੇਰੇ ਪਿਆਰੇ ਵਈ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ।
ਤਾਰਿਆ। ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ, ਉਹ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਕਹਿਣ ਲੱਗਾ ਹੈ ਬਜ਼ੁਰਗਾ, ਮੈਂ ਤਾਂ ਤੇਰਾ ਬੀਬਾ ਦਾੜਾ ਦੇ ਕੇ ਤੇਰੇ ਕੋਲੋਂ ਝੂਠੀ ਪੰਜੀਰੀ ਲੈ ਕੇ ਖਾ ਲਈ। ਮੇਰੇ ਜਿਹੜੇ ਜਪ ਤਪ ਕਰੇ ਹੋਏ ਸੀ ਸਾਰੇ ਨਸ਼ਟ ਹੋ ਗਏ। ਜੇ ਮੈਨੂੰ ਪਤਾ ਹੁੰਦਾ ਪਹਿਲਾਂ ਵੀ ਤੂੰ ਨੁਕਰਾ ਹੈ, ਮੈਂ ਤੇਰਾ ਕਦੇ ਸਾਥ ਨਾ ਨਿਭਾਉਂਦਾ। ਇਸ ਤਰ੍ਹਾਂ ਦੇ ਨਾਲ ਝਿਜਾ ਕੇ ਬੋਲਿਆ ਉਹ ਜੋਸਤੀ। ਅਮਰਦਾਸ ਜੀ ਦਾ ਨਰਮ ਹਿਰਦਾ ਸੱਟ ਲੱਗੀ। ਆਪਣੇ ਸੱਟ ਲੱਗਦੀ ਹੋਈ ਨਹੀਂ ਹੈ। ਦੇਖ ਲਓ ਖਨੀ ਪੱਥਰਾਂ ਦੇ ਬਣੇ ਹੋਏ ਆ, ਪੱਥਰਾਂ ਦੇ। ਕਹਿੰਦੇ ਗੁਰੂ ਦਾ ਉਪਦੇਸ਼ ਗੁਰਬਾਣੀ ਤੀਰ ਹੈ। ਕਹਿੰਦੇ ਲੱਗਦੀ ਜ਼ਰੂਰ ਹੈ। ਜੇ ਤਾਂ ਪੋਲਾ ਥਾਂ ਹੋਵੇ ਤਾਂ ਖੁੱਬਦਾ ਹੈ, ਨਹੀਂ ਜੇ ਪੱਥਰ ਹੈ ਲੱਗੂ ਜ਼ਰੂਰ ਪਿੱਛੇ ਮੁੜਿਓ। ਉਹ ਜਿਨ੍ਹਾਂ ਦੇ ਹਿਰਦੇ ਨਰਮ ਨੇ, ਜਿਨ੍ਹਾਂ ਨੂੰ ਪਤਾ ਹੋਵੇ ਗੁਰੂ ਵਾਲੇ ਬਣ ਕੇ ਮਨੁੱਖਾਂ ਦੇ ਸਫਲੀ ਕਰੀਏ, ਉਹਨਾਂ ਦੇ ਤਾਂ ਘਾਹ ਕਰ ਜੇਗੀ। ਉਹ ਤਾਂ ਕਹੇਗਾ ਕਦ ਅੰਮ੍ਰਿਤ ਛਕਾਂ, ਕਦ ਸਵੇਰ ਆਵੇ, ਕਦ ਅੰਮ੍ਰਿਤ ਛਕਾਂ, ਪੜੋ ਪ੍ਰੇਮ। ਗੁਰਾਂ ਨੇ ਮੇਰੇ ਜੀ ਬਾਣ ਮਾਰਿਆ, ਗੁਰਾਂ ਨੇ ਮੇਰੇ ਜੀ ਬਾਣ ਮਾਰਿਆ। ਗੁਰਾਂ ਨੇ ਮੇਰੇ ਜੀ ਬਾਣ ਮਾਰਿਆ, ਗੁਰਾਂ ਨੇ ਮੇਰੇ ਜੀ ਬਾਣ ਮਾਰਿਆ। ਸੇਕ ਸੰਗ ਤੇ ਬਾਣ ਮਾਰਿਆ, ਗੁਰਾਂ ਨੇ ਮੇਰੇ ਜੀ ਬਾਣ ਮਾਰਿਆ। ਪੈ ਗਿਆ ਸੇਕ ਸੰਗ ਤੇ ਇੱਕ ਸੰਗ ਤੇ ਬਾਣ ਮਾਰਿਆ। ਉਹ ਗੁਰਾਂ ਨੇ ਮੇਰੇ ਜੀ ਬਾਣ ਮਾਰਿਆ।
ਇੱਕ ਸੰਗਤ ਗੁਰਾਂ ਨੇ ਮੇਰੇ ਜੀ ਬਾਣ ਮਾਰਿਆ, ਗੁਰਾਂ ਨੇ ਮੇਰੇ ਜੀ ਬਾਣ ਮਾਰਿਆ। ਕਬੀਰ ਸਤਿਗੁਰ ਸੂਰਮੇ ਵਾਹਿਆ ਬਣ ਜੋ ਏਕ, ਲਾਗਤ ਹੀ ਬਣ ਮਿਲ ਗਿਆ ਬੜਾ ਗਲੇ ਜੇ ਛੇਕ। ਸਾਹਿਬ ਜੀ ਰਾਮਾਨੰਦ ਵੱਲ ਇਸ਼ਾਰਾ ਕਰਦੇ ਨੇ। ਕਬੀਰ ਸਾਹਿਬ ਜੀ ਦਾ ਗੁਰੂ ਰਾਮਾਨੰਦ ਸੀ। ਸਤਿਗੁਰ ਸੂਰਮੇ, ਸੂਰਮਾ ਕੌਣ ਹੈ? ਆਤਮਦਰਸ਼ੀ ਹੈ ਜਿਹੜਾ। ਵਾਹਿਆ ਬਾਣ ਜੋ ਇੱਕ, ਬਾਣ ਕੀ ਹੈ? ਉਪਦੇਸ਼। ਇੱਕੋ ਹੀ ਗੇਲ ਕਿਆ ਰਾਮੇ ਕੇ ਰਾਮ ਸੰਭਾਲ, ਤੀਰ ਰੱਬ ਦੇ ਔਰ ਜੀਵ ਦੇ ਵਿਚਾਲੇ ਹੌਂਦਾ ਪੜਦਾ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਮੇਰੇ ਸੂਰਮੇ ਗੁਰੂ ਨੇ ਬਚਨਾ ਰੂਪੀ ਬਾਣ ਮਾਰਿਆ, ਮੇਰੇ ਕਲੇਜੇ ਦੇ ਵਿੱਚ ਜਿਹੜਾ ਪੜਦਾ ਸੀ ਹੰਕਾਰ ਦਾ, ਉਹ ਪਾੜ ਦਿੱਤਾ ਤੀਰ ਮਾਰ ਕੇ। ਪਰਮੇਸ਼ਰ ਦਿਖਣਾ ਸ਼ੁਰੂ ਹੋ ਗਿਆ। ਔਰ ਇਸ ਤਰ੍ਹਾਂ ਦੇ ਨਾਲ ਜਦ ਅਮਰਦਾਸ ਮਹਾਰਾਜ ਜੀ ਨੇ ਸੁਣਿਆ ਉਸ ਜੋਸ਼ਤੀ ਦਾ, ਬਹੁਤ ਹੈਰਾਨ ਹੋਏ ਬਈ ਮੈਂ ਲੁਗਰਾ, 72 ਸਾਲ ਦੀ ਉਮਰ ਹੋ ਗਈ, ਖਬਰ ਨਹੀਂ ਹੈ ਦਿਨ ਕੋਈ ਨਹੀਂ ਹੈ। ਜੇ ਲੁਗਰਾ ਮਰ ਗਿਆ ਮਨੁੱਖਾ ਦੇ ਨਹੀਂ ਮਿਲੇਗੀ। ਉਹ ਜੋਸ਼ਤੀ ਨੇ ਕਿਹਾ। ਜੋਸ਼ਤੀ ਤਾਂ ਚਲਿਆ ਗਿਆ, ਬਰਾਗ ਲੱਗ ਗਿਆ। ਗੁਰੂ ਬਈ ਗੁਰੂ ਪ੍ਰਾਪਤ ਕਰੀਏ, ਗੁਰੂ ਦੀ ਤਲਾਸ਼ ਕਰੀਏ। ਕੁਛ ਸਮਾਨ ਚੱਕਿਆ, ਕੁਛ ਉੱਥੇ ਹੀ ਛੱਡ ਦਿੱਤਾ। ਬਾਸਰ ਕੇ ਆ ਗਏ, ਪਿੰਡ ਬਾਸਰ ਕਾ ਸੀ ਉਹਨਾਂ ਦਾ। ਬਾਸਰ ਕੀ ਆ ਕੇ ਜਿਹੜਾ ਬਰਾਗੀ ਆਦਮੀ ਹੈ, ਜਿਹਨੂੰ ਰੱਬ ਦੇ ਮਿਲਣ ਦੀ ਤੜਫ ਹੈ, ਪਹਿਲਾਂ ਗੁਰੂ ਮਿਲੇਗਾ ਫਿਰ ਰੱਬ ਮਿਲੇਗਾ, ਤਾਂ ਉਹਨੂੰ ਨੀਂਦ ਨਹੀਂ ਆਵੇਗੀ, ਨਾ ਖਾਣਾ ਨਾ ਪਹਿਨਣਾ। ਮੰਜੇ ਤੇ ਬੈਠੇ ਨੇ, ਜੇਠ ਹਾੜ ਦਾ ਮਹੀਨਾ, ਮੰਜਾ ਕੋਠੇ ਤੇ ਚਾੜ ਲਿਆ। ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ, ਅਮਰਦਾਸ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਹੁਣ ਜੋ ਸਿੱਖ ਦਾ ਰੋਜ਼ ਦਾ ਨਿਯਮ ਹੈ, ਜੋ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਦੱਸਿਆ, ਕੀ ਗੁਰੂ ਸਾਹਿਬ ਜੀ ਆਪਾਂ ਨੂੰ ਦੱਸਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਸਿੱਖ ਆਪਾਂ ਸਾਰੇ ਹੀ ਹਾਂ, ਪਰ ਅਵਸਥਾ ਸਾਰਿਆਂ ਦੀ ਇਹ ਨਹੀਂ ਹੈ। ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵਾ, ਵਿਦੇਸ਼ ਗੁਰੂ। ਹਰ ਹਰ ਜਪ ਜਾਪੈ, ਸਭ ਕਿਲ ਵਿਖ ਦੋਖ, ਪਾਪ ਲੈ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਇਹ ਨਿਤ ਕਰਮ ਦੱਸਿਆ ਸਿੱਖ ਦਾ। ਦੇਖ ਲਓ, ਜੇ ਤਾਂ ਆਪਾਂ ਕਰਦੇ ਹਾਂ ਇਹ ਸਾਰੇ ਹੀ ਆਪਣੇ ਮਨਾਂ ਅੰਦਰ ਝਾਤੀ ਮਾਰ ਕੇ ਦੇਖੋ, ਤਾਂ ਸਮਝੋ ਆਪਾਂ ਗੁਰੂ ਦੇ ਹੁਕਮ ਅਨੁਸਾਰ ਸਿੱਖ ਹਾਂ। ਜੋ ਸਿੱਖ ਦੀ ਡੈਫੀਨੀਸ਼ਨ ਦੱਸੀ ਆ ਗੁਰੂ ਨੇ, ਤਾਂ ਫਿਰ ਆਪਾਂ ਸਿੱਖ ਹਾਂ। ਜੇ ਆਪਾਂ 10 ਵਜੇ ਉੱਠ ਕੇ ਮੂੰਹ ਨਹੀਂ ਧੋਂਦੇ, ਭੱਜ ਲੈਂਦੇ ਹਾਂ ਵੀ ਬੱਸ ਨਾ ਕਿਤੇ ਲੱਗ ਜਾਵੇ, ਪੌਂਡ ਮਰ ਜਾਣਗੇ, ਫਿਰ ਆਓ ਇਸ ਤਰ੍ਹਾਂ ਦੇ ਨਾਲ ਗੁਰੂ ਨੇ ਕੁਛ ਲੁਕੋ ਕੇ ਨਹੀਂ ਰੱਖਿਆ, ਸਾਰਾ ਕੁਝ ਜ਼ਾਹਰ ਕਰਕੇ ਰੱਖ ਦਿੱਤਾ। ਕੀ ਹੋਇਆ?
ਬੀਬੀ ਅਮਰੋ ਆਪਣੀ ਸਪੁੱਤਰੀ ਨੂੰ ਵੀ ਇਹੀ, ਸਾਰਿਆਂ ਸਿੱਖਾਂ ਨੂੰ ਇੱਕੋ ਹੀ ਅਸੂਲ ਹੈ, ਦੋ ਨਹੀਂ ਹਨ। 2 ਵਜੇ ਉੱਠੀ, ਇਸ਼ਨਾਨ ਕਰਿਆ, ਚੌਕੜਾ ਮਾਰ ਕੇ ਬੈਠ ਗਈ, ਸ਼ਬਦ ਦਾ ਅਭਿਆਸ ਕਰਿਆ। ਉਹ ਸੂਖਮ ਮੰਨਣਾ ਦਾ ਆਨੰਦ ਲਿਆ ਉੱਤੇ। ਕਿਉਂ ਗ੍ਰਸਤ ਦੇ ਵਿੱਚ ਕੰਮਕਾਰ ਵੀ ਕਰਨੇ ਪੈਂਦੇ ਨੇ। ਅੱਗੇ ਬੀਬੀਆਂ ਦਾ ਹੁੰਦਾ ਸੀ ਦੁੱਧ ਰਿੜਕਣਾ, ਇਹੋ ਜਿਹੀ ਗੱਲਾਂ ਬਾਤਾਂ ਹੁੰਦੀਆਂ ਸਨ। ਤੇ ਉੱਠ ਕੇ ਤੇ ਕਾਰਣੀ ਚੋਂ ਦਹੀਂ ਚਾਟੀ 'ਚ ਪਾ ਲਿਆ, ਮਧਾਣੀ ਪਾ ਲਈ, ਕੁੜ ਪਾ ਲਿਆ, ਨੇਤੀ ਰੱਸੀ ਹੁੰਦੀ ਆ, 2 ਗੁੱਲੀਆਂ ਹੁੰਦੀਆਂ ਨੇ ਸਿਰੇ 'ਤੇ। ਆਓ ਇੱਕ ਪਿੱਛੇ ਡੰਡਾ ਜਾ, ਉਹਦੇ 'ਚ ਰੱਸੀ ਪਾ ਦਿੰਦੇ ਨੇ, ਮਧਾਣੀ ਇੱਧਰ ਉੱਧਰ ਨਾ ਚਲੀ ਜਾਵੇ। ਚਾਟੀ ਨੂੰ ਪੈਰ ਲਾ ਲਏ ਤੇ ਦੁੱਧ ਰੜਕਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲੇ ਦੀ ਬਾਣੀ, ਸ੍ਰੀ ਆਸਾ ਦੀ ਵਾਰ ਦਾ ਪਾਠ ਸ਼ੁਰੂ ਕਰ ਦਿੱਤਾ। ਉਹ ਬੈਠਾ ਉੱਤੇ ਵਿਰਾਗੀ। ਪਹਿਲਾ ਹੀ ਸ਼ਲੋਕ ਕੀ ਆਉਂਦਾ ਹੈ ਆਸਾ ਦੀ ਵਾਰ ਦਾ? ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤ ਕੀਏ ਕਰਤਨ ਲਾਗੀ ਵਾਰ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਉਹਨੂੰ ਪਹਿਲਾਂ ਹੀ ਲਫ਼ਜ਼ ਬਈ ਗੁਰੂ ਦੀ ਆਵਾਜ਼ ਇਹ ਸਾਡੇ ਘਰੋਂ ਆਉਂਦੀ ਹੈ। ਇਸੇ ਦਾ ਉਹ ਤਲਾਸ਼ੀ ਸੀ, ਇਸੇ ਦੀ ਉਹਨੂੰ ਲਗਨ ਲੱਗੀ ਹੋਈ ਸੀ। ਪੜੋ ਪ੍ਰੇਮ ਨਾਲ ਦੱਸਿਆ, ਪਿਆਰੇ ਗੁਰਾਂ ਬਿਨ ਘੋਰ ਅੰਧੇਰਾ, ਚੰਦ ਭਾਵੇਂ ਸੌ ਚੜ੍ਹ ਜੇ। ਪਿਆਰੇ ਗੁਰਾਂ ਵਾਜੋ ਘੋਰ ਅੰਧੇਰਾ, ਚੰਦ ਭਾਵੇਂ ਸੌ ਚੜ੍ਹ ਜੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਕਹਿੰਦੇ ਕੇਰਾ ਬਲਿਹਾਰੇ ਤਾਂ ਥੋੜਾ ਹੀ ਆ, 100 ਦਫਾ ਫਿਰ ਵੀ ਥੋੜਾ ਹੀ ਆ। ਬਲਿਹਾਰੇ ਜਾਵਾਂ ਆਪਣੇ ਗੁਰੂ ਦੇ, ਜਿਹੜਾ ਮੇਰਾ ਗਿਆਨ ਰੂਪੀ ਨੇਰੇ 'ਚ ਮਨ ਗੋਤੇ ਖਾਂਦਾ ਸੀ, ਉੱਥੋਂ ਹਨੇਰਾ ਦੂਰ ਕਰ ਦਿੱਤਾ। ਗਿਆਨ ਦੀ ਰੋਸ਼ਨੀ ਦੇ ਵਿੱਚ ਜੀਵਨ ਮੁਕਤੀ ਦਾ ਆਨੰਦ ਲੈਣ ਲੱਗ ਗਿਆ ਮੈਂ। ਅੱਗੇ ਵਧਦੀ ਚਲੀ ਗਈ ਬੀਬੀ। ਅੱਗੇ ਆਈ ਪੌੜੀ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ। ਸੁਣੀ ਜਾਂਦੇ ਨੇ, ਬਹੁਤ ਹੈਰਾਨ ਹੁੰਦੇ ਨੇ ਬਈ ਖੇੜੇ
ਬਜ਼ੁਰਗ ਦਾ ਕਲਾਮ ਹੈ ਇਹ, ਸਾਡੇ ਘਰੋਂ ਹੀ ਆਵਾਜ਼ ਆਉਂਦੀ ਹੈ। ਫਿਰ ਰਿੜਕਦਿਆਂ ਰਿੜਕਦਿਆਂ ਦਿਨ ਚੜ੍ਹਨ ਵਾਲਾ ਹੋ ਗਿਆ, ਮੂੰਹ ਨੂੰ ਮੂੰਹ ਦਿਸਣ ਲੱਗ ਗਿਆ। ਆਸਾ ਦੀ ਵਾਰ ਦੀ ਸਮਾਪਤੀ ਹੋ ਗਈ। ਕੋਠੇ ਤੋਂ ਉਤਰ ਆਏ, ਥੱਲੇ ਆ ਕੇ ਖੜ ਗਏ। ਜਦ ਸਾਰਾ ਸੁੰਦਾ ਮੱਖਣੀ ਕੱਢੀ ਜਾ, ਕੁੜ ਜਿਹਾ ਸਾਫ਼ ਕਰਕੇ ਧੋ ਕੇ ਤੱਤੇ ਪਾਣੀ ਨਾਲ ਪਰੇ ਕਢਾ ਦੀਦਾ। ਫਿਰ ਜਿਹੜੀ ਮੱਖਣੀ ਹੁੰਦੀ ਆ ਉਹ ਅੱਗੇ ਮਿੱਟੀ ਦੇ ਹੁੰਦੇ ਸੀ ਠੂਠੇ, ਉਹਨਾਂ 'ਚ ਪਾ ਲੈਂਦੇ ਹੁੰਦੇ ਸੀ। ਅੱਜ ਕੱਲ੍ਹ ਸਟੀਲ ਆ ਗਈ, ਅੱਗੇ ਪਿੱਤਲ ਹੁੰਦਾ, ਫਿਰ ਤਾਂਬਾ, ਉਹ ਗਿਲਟ ਦੇ ਹੀ ਹੁੰਦੇ। ਆ ਮੁਸਲਮਾਨਾਂ ਦੇ ਅਜੇ ਵੀ ਗਿਲਟ ਦੇ ਹੀ ਨੇ ਕੋਟਲੇ। ਉਹ ਇਹੋ ਜਿਹਾ ਸਮਾਂ, ਉਹੋ ਜਿਹਾ ਬਰਤਨ ਹੁੰਦੇ ਨੇ। ਅਤੇ ਫਿਰ ਉਹ ਜਦ ਉੱਠ ਕੇ ਬਾਹਰ ਨੂੰ ਹੋਰ ਕੰਮ ਵਾਸਤੇ ਨਿਕਲਣ ਲੱਗੀ, ਉਹ ਸਾਹਮਣੇ ਖੜੇ ਦਿਖਾਈ ਦਿੱਤੀ, ਪੱਲਾ ਕਰ ਲਿਆ। ਕਿਉਂਕਿ ਰਿਵਾਜ਼ ਸੀ ਨਾ, ਜਾਂ ਬਜ਼ੁਰਗ ਆਉਣਾ ਪੱਲਾ ਕਰ ਲੈਣਾ। ਅਬ ਜ਼ਮਾਨਾ ਹੋਰ ਆ, ਜ਼ਮਾਨੇ ਜ਼ਮਾਨੇ ਦੀਆਂ ਗੱਲਾਂ ਹੁੰਦੀਆਂ ਨੇ। ਤਾਂ ਪੁੱਛਣ ਲੱਗੇ, ਪੁੱਤਰ ਇਹ ਤੂੰ ਕਿਹਦਾ ਕਲਾਮ ਪੜ੍ਹਦੀ ਸੈਂ? ਕਹਿਣ ਲੱਗੀ, ਬਜ਼ੁਰਗੋ ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਕਹਿਣ ਲੱਗਾ, ਗੁਰੂ ਨਾਨਕ ਦੇਵ ਜੀ ਕਿੱਥੇ ਨੇ? ਕਹਿਣ ਲੱਗੀ, ਉਹ ਤਾਂ ਸੱਤਾਂ ਦੀ ਨਵਾਂ ਖੰਡਾਂ ਦੇ ਵਿੱਚ ਦੁਨੀਆ ਨੂੰ ਰੱਬ ਨਾਲ ਜੋੜ ਕੇ ਆਪਣਾ ਸਰੀਰ ਅਲੋਪ ਕਰਕੇ ਜਿਹੜੀ ਤਾਕਤ ਸੀ ਉਹਨਾਂ ਦੀ ਨਿਰਾਕਾਰ 'ਚੋਂ ਲਿਆਂਦੀ ਹੋਈ, ਉਹ ਮੇਰੇ ਗੁਰੂ ਪਿਤਾ ਅੰਗਦ ਦੇਵ ਮਹਾਰਾਜ ਦੇ ਵਿੱਚ ਆ। ਉਹ ਖਡੂਰ ਸਾਹਿਬ ਜੋਤ ਜਗਾਉਂਦੇ ਨੇ। ਖੁਸ਼ੀ ਦੀ ਹੱਦ ਨਾ ਰਹੀ, ਮਨ ਫੁੱਲ ਗਿਆ ਗੁਰੂ ਕੋ, ਬਈ ਗੁਰੂ ਦਾ ਪਤਾ ਲੱਗ ਗਿਆ। ਗੁਰੂ ਦਾ ਜਿਵੇਂ ਮੱਖਣ ਸ਼ਾਹ ਨੂੰ ਪਤਾ ਲੱਗਾ ਤੇ ਨਾ ਨੌਵੇਂ ਪਾਤਸ਼ਾਹ ਮਹਾਰਾਜ ਜੀ ਭੋਰੇ 'ਚ ਬੈਠੇ ਸੀ, ਹੋਰ ਮੇਰੇ ਵਰਗੇ ਬਹਿ ਗਏ ਉੱਥੇ ਤੰਬੂ ਲਾ ਕੇ, ਮੜਾਸੇ ਜੇ ਬੰਨ੍ਹ ਕੇ। ਇਸ ਤਰ੍ਹਾਂ 22 ਤੰਬੂ ਲਾ ਕੇ ਬਹਿ ਗਏ। ਹੁਣ ਕੋਈ ਕੱਦਾ ਵੀ ਨਹੀਂ ਹੈ ਬਈ ਤੁਸੀਂ 2-4 ਲਾ ਲਓ। ਅਗਲਾ ਫਿਰ ਦੇਖਦਾ ਅੱਗਾ ਪਿੱਛਾ, ਕਹਿੰਦਾ ਕਿਤੇ ਹੱਥ ਪਏ ਹੀ ਜਾਵੇ। ਐਂ ਤਾਂ ਹੱਥ ਨਹੀਂ ਪੈਣਾ ਹੈ ਕਿਤੇ, ਹੱਥ ਤਾਂ ਮਰ ਕੇ ਪਊਗਾ, ਤੂੰ ਤਾਂ ਜਿਉਂਦਾ ਹੈ। ਇਸ ਤਰ੍ਹਾਂ ਦੇ ਨਾਲ ਫਿਰ ਉਹ ਮੱਖਣ ਸ਼ਾਹ ਨੂੰ ਜਦ ਜਹਾਜ਼ ਨੌਵੇਂ ਪਾਤਸ਼ਾਹ ਮਹਾਰਾਜ ਨੇ ਮੋਢਾ ਲਾ ਕੇ ਕੱਢਿਆ, ਘਰ ਆ ਗਏ। ਜਦ ਤੁਹਾਨੂੰ ਪਤਾ ਲੱਗਿਆ ਨਾ ਵੀ ਗੁਰੂ ਤਾਂ ਭੋਰੇ 'ਚ ਬੈਠਾ, ਇਤਿਹਾਸ ਗਵਾਹ ਕਹਿੰਦੇ ਉਹਦੇ ਜਾਮੇ ਦੇ ਗੋਦਾਮ ਟੁੱਟ ਗਏ, ਇਤਨਾ ਸਰੀਰ ਫੁੱਲ ਗਿਆ ਵੀ ਗੁਰੂ ਮਿਲ ਗਿਆ। ਅਮਰਦਾਸ ਜੀ ਨੂੰ ਪਤਾ ਲੱਗਿਆ ਵੀ ਗੁਰੂ ਤਾਂ ਘਰ 'ਚ ਹੀ ਸੀ। ਜਿਹੜੇ ਮੇਰੇ ਉਹ ਤੀਰਥ ਯਾਤਰਾ ਕਰੀ ਉਹਦਾ ਫਲ ਮਿਲਿਆ, ਮੈਨੂੰ ਗੁਰੂ ਦਾ ਪਤਾ ਲੱਗ ਗਿਆ ਵੀ ਗੁਰੂ ਹੈਗਾ। ਕਹਿਣ ਲੱਗਾ ਬੀਬੀ ਅਮਰੋ ਨੂੰ, ਪੁੱਤਰ ਮੈਂ ਦੇ ਕਿਸ ਵਾਸਤੇ ਕਿਵੇਂ ਤੜਫਦਾ ਗੁਰੂ ਦੀ। 72 ਸਾਲ ਦੀ ਉਮਰ ਹੋ ਗਈ, ਮੈਨੂੰ ਗੁਰੂ ਦੇ ਚਰਨਾਂ 'ਤੇ ਸਿੱਟ ਲਿਜਾ। ਬੀਬੀ ਅਮਰੋ ਕਹਿਣ ਲੱਗੀ, ਠੀਕ ਆ ਬਜ਼ੁਰਗੋ, ਤੇ ਮੇਰੇ ਗੁਰੂ ਪਿਤਾ ਦਾ ਹੁਕਮ ਹੈ। ਸਿੱਖ ਨੂੰ ਹੁਕਮ ਹੁੰਦਾ ਗੁਰੂ ਦਾ, ਉਪਦੇਸ਼ ਤਾਂ ਆਮ ਜੀਵਾਂ ਨੂੰ ਹੁੰਦਾ ਵੀ ਆ ਪੁੱਤਰੀ ਜਾ ਤੂੰ ਸਹੁਰੇ ਕਰ, ਜਿੰਨਾ ਚਿਰ ਤੈਨੂੰ ਸੱਦਾ ਪੱਤਰ ਨਾ ਕਰੀਏ ਤਾਂ ਇਹ ਖਡੂਰ ਸਾਹਿਬ ਨਹੀਂ ਆਉਣਾ ਹੋਵੇ। ਸਤ ਵਚਨ ਜੀ। ਜਦ ਅਮਰਦਾਸ ਮਹਾਰਾਜ ਜੀ ਨੇ ਗੱਲ ਕਹੀ, ਮੈਨੂੰ ਗੁਰੂ ਦੇ ਚਰਨੀ ਛਿੱਟ, ਕਹਿਣ ਲੱਗੀ, ਬਜ਼ੁਰਗੋ ਮਾਫ ਕਰ, ਮੈਨੂੰ ਗੁਰੂ ਪਿਤਾ ਦਾ ਮੈਨੂੰ ਹੁਕਮ ਹੈ। ਦੁਨਿਆਵੀ ਰਿਸ਼ਤੇ ਕੰਨਿਓ ਤਾਂ ਉਹ ਮੇਰੇ ਪਿਤਾ ਨੇ, ਪਰਮਾਰਥ ਦੇ ਰਿਸ਼ਤੇ ਕੰਨਿਓ ਮੇਰੇ ਗੁਰੂ ਨੇ। ਮੈਨੂੰ ਉੱਥੇ ਜਾਣ ਦਾ ਹੁਕਮ ਨਹੀਂ, ਮੈਂ ਨਹੀਂ ਜਾ ਸਕਦਾ। ਅਮਰਦਾਸ ਕਹਿਣ ਲੱਗੇ, ਮੈਂ ਵੀ ਪਿਤਾ ਦੇ ਹੀ ਸਮਾਨ ਆ। ਠੀਕ ਆ, ਤੁਸੀਂ ਮੇਰੇ ਪਿਤਾ। ਕਹਿਣ ਲੱਗਾ, ਇਸ ਗੱਲ ਦੀ ਮਾਫੀ ਮੈਂ ਮੰਗ ਦਿਆਂਗਾ ਗੁਰੂ ਕੋਲੋਂ। ਮੈਨੂੰ ਗੁਰੂ ਚਰਣੀ ਸਿੱਟੋ ਚੱਲ ਕੇ, ਮੇਰਾ ਤਾਂ ਇੱਕ ਦਿਨ 100 ਵਰੇ ਵਰਗਾ ਲੱਗਦਾ। ਕਦੇ ਆਪਣੇ ਅੰਦਰ ਵੀ ਗੱਲ ਆਈ ਹੈ
ਬਈ ਗੁਰੂ ਵਾਲੇ ਬਣ ਜੀਏ ਖਬਰਾਂ ਕੱਲ੍ਹ ਨੂੰ ਕਿੱਧਰ ਨੂੰ ਤੁਰਨਾ ਹੈ। ਇੱਕ ਦਫਾ ਦਾ ਜ਼ਿਕਰ, ਅਸੀਂ ਕਲਕੱਤੇ ਚਲੇ ਗਏ, ਜਾਂਦੇ ਤਾਂ ਹਰੇਕ ਸਾਲ ਹੀ ਆ। ਪਹਿਲਾਂ ਮਹਾਰਾਜ ਜਾਂਦੇ ਹੁੰਦੇ ਸੀ ਬੜੇ, ਫਿਰ ਸਾਡੇ ਨਾਲ ਛੋਟੇ ਮਹਾਰਾਜ ਜੀ ਜਾਂਦੇ ਸੀ। ਇੱਥੇ ਵੀ ਛੋਟੇ ਮਹਾਰਾਜ ਜੀ ਆਉਂਦੇ ਰਹੇ ਨੇ। ਆਪ ਉਹਨਾਂ ਦਾ ਸਰੀਰ ਦੁਬਲਾ ਹੋ ਗਿਆ ਬਹੁਤਾ, ਤੁਰ ਨਹੀਂ, ਉੱਥੇ ਹੀ ਦਰਸ਼ਨ ਦਿੰਦੇ ਨੇ ਸੰਗਤਾਂ ਨੂੰ। ਉੱਥੇ ਆਇਆ ਗਿਆ ਦਾ ਜੋ ਮਨੋਰਥ ਉਹ ਪੂਰਾ ਕਰਦੇ ਨੇ। ਇੱਕ ਕੋਈ ਪ੍ਰੇਮੀ ਦੀ ਸਾਡੇ ਪਿੰਡ ਦੇ ਕੋਲ ਰੌਲ ਪਿੰਡ ਹੈ, ਹੁਣ ਕੋਈ 65 ਸਾਲ ਦੀ ਉਮਰ ਹੋਣੀ ਆ, ਧੌਲੇ ਆਏ ਹੋਏ ਸੀ। ਉਹ ਮੂੰਹ ਮੁੰਨ ਕੇ ਰੱਖਦਾ ਸੀ, ਪਰ ਉਹਦੇ ਭਾਈ ਹੋਰ ਵੀ ਨੇ 5-4, ਉਹ ਪ੍ਰਸ਼ਾਦਾ ਕਰਦੇ ਸੀ, ਉਹਨੇ ਵੀ ਪ੍ਰਸ਼ਾਦਾ ਕਰਿਆ। ਸੰਗਤ ਚਲੀ ਗਈ, ਉਹ ਆ ਗਿਆ, ਬੈਠ ਗਿਆ, ਪ੍ਰਸ਼ਾਦਾ ਪਾਣੀ ਛਕਦੇ ਸੀਗੇ। ਸਾਡੇ ਨਾਲ ਬਾਬਾ ਨਾਰ ਸਿੰਘ ਹੁੰਦਾ ਸੀ ਅੱਗੇ, ਉਹ ਇੱਥੇ ਵੀ ਆਇਆ ਮਹਾਰਾਜ ਜੀ ਵੇਲੇ, ਉਹ ਵੀ ਹੱਥ ਦੀ ਰੇਖਾ ਦੇਖਦਾ ਹੁੰਦਾ ਸੀ। ਤਾਂ ਪ੍ਰਸ਼ਾਦਾ ਛਕਦਿਆਂ ਕੁਦਰਤੀ ਨਾਰ ਸਿੰਘ ਕਹਿੰਦਾ ਉਹਦਾ ਨਾਂ ਵੀ ਨਾਰੂ ਸੀ, ਨਾਰ ਸਿੰਘ ਹੁਣ ਬਣੂਗਾ, ਨਾਰੂ ਸੀ ਪਹਿਲਾਂ ਨੌਰੀਆ। ਸਾਡੇ ਨਾਲ ਡੰਗਰ ਵੀ ਚਾਰਦਾ ਰਿਹਾ ਪਹਿਲਾਂ। ਬਾਬਾ ਨਾਰ ਸਿੰਘ ਸੀ ਸਾਫ ਸੁਭਾਅ ਵਾਲਾ। ਕਹਿਣ ਲੱਗਾ, ਬਜ਼ੁਰਗਾ ਹੁਣ ਤਾਂ ਤੇਰੇ ਧੌਲੇ ਆ ਗਏ, ਦਾੜਾ ਰੱਖ ਲਾ, ਤੂੰ ਕੇਸ ਆ ਰੱਖ ਲਾ। ਕਹਿੰਦਾ ਛੇਤੀ ਕਰੋ, ਰੋਟੀ ਖਾਓ, ਮੈਂ ਤਾਂ ਮੁੰਨਣਾ ਹੈ ਮੂੰਹ, ਨਿਕਲੋ ਬਾਹਰ ਇੱਥੋਂ। ਕਹਿੰਦਾ ਮੈਂ ਤੁਹਾਨੂੰ ਦੇਖਦਾ ਵੀ ਕਦ ਨਿਕਲਣ। ਅਤੇ ਫਿਰ ਉਹ ਫੇਰਾ ਬੁਰਸ਼ ਜਾ ਉੱਤੇ। ਇਸ ਤਰ੍ਹਾਂ ਅਸੀਂ ਕਰੋ। ਉਹ ਕੁਦਰਤੀ ਦੀਵਾਨ ਦੇ ਵਿੱਚ ਚਲਿਆ ਗਿਆ। ਦੀਵਾਨ 'ਚ ਇਹੀ ਪ੍ਰਸੰਗ ਚੱਲਦਾ ਸੀ ਜਿਹੜਾ ਆਪ ਚੱਲ ਰਿਹਾ। ਉਹ ਜਦ ਦੀਵਾਨ 'ਚੋਂ ਆਇਆ ਨਾ, ਤਾਂ ਜਿਹੜਾ ਉਹ ਦੂਆ ਭਰਾ ਸੀ ਉਸਦਾ, ਜਿਹੜਾ ਬਹੁਤਾ ਸਾਡੇ ਕੌਮ ਦਾ ਜਾਂਦਾ ਸੀ, ਰਾਤ ਨੂੰ ਫਿਰ ਉਹਦੇ ਘਰ ਗਿਆ। ਕਹਿੰਦਾ ਕਰਤਾਰ ਸਿਆਂ ਬਈ ਮੈਨੂੰ ਤਾਂ ਨੀਂਦ ਨਹੀਂ ਆਉਂਦੀ, ਮੈਨੂੰ ਤਾਂ ਕਸ਼ਹਿਰਾ ਸਮਾ ਕੇ ਦੇ, ਮੈਂ ਤਾਂ ਸਵੇਰੇ ਗੁਰੂ ਵਾਲਾ ਬਣਨਾ, ਖਬਰ ਹੈ ਫਿਰ ਕਿੱਧਰ ਨੂੰ ਜਾਣਾ ਪਊਗਾ। ਦੇਖ ਲਓ ਉਹਦੇ ਲੱਗ ਗਈ ਗੁਰੂ। ਪਹਿਲਾਂ ਸਾਨੂੰ ਟਿਚਰਾਂ ਕਰਦਾ ਸੀ ਬਈ ਮੈਂ ਤਾਂ ਇਹ ਮੂੰਹ ਸਾਫ਼ ਕਰਨਾ, ਬਾਹਰ ਨਿਕਲੋ ਇੱਥੋਂ। ਇਸ ਤਰ੍ਹਾਂ ਦੇ ਨਾਲ ਫਿਰ ਜਦ ਉਹਨੇ ਸਰੀਰ ਛੱਡਿਆ, 1 ਸਾਲ ਹੀ ਰਿਹਾ ਸਿਰਫ। ਉਹਨੇ ਅੱਗੋਂ ਦੱਸਦਾ ਸੀ, ਕਹਿੰਦਾ ਮੈਨੂੰ ਹਸਪਤਾਲ ਨਾ ਲਿਜਾਇਓ, ਮੈਂ ਹੁਣ ਸਰੀਰ ਛੱਡਣਾ। ਦੇਖ ਲਓ ਅੰਮ੍ਰਿਤ ਦੀ ਤਾਕਤ। ਉਹ ਖੈਰ ਬੱਚਿਆਂ ਦਾ ਮੋਹ ਹੁੰਦਾ ਹੈ। ਹਸਪਤਾਲ ਦੇ ਵਿੱਚ ਲੈ ਕੇ ਉਹਨੇ ਸਰੀਰ ਛੱਡਤਾ। ਪਹਿਲਾਂ ਉਹਨੇ ਕਹਿ ਦਿੱਤਾ ਸੀ ਮੈਂ ਹੁਣ ਸਰੀਰ ਛੱਡਣਾ, ਲਿਜਾਇਓ ਨਾ। ਇਸ ਤਰ੍ਹਾਂ ਦੇ ਅਮਰਦਾਸ ਜੀ ਨੂੰ ਬੀਬੀ ਅਮਰੋ ਕਹਿੰਦੀ ਬਾਬਾ ਜੀ ਮੈਨੂੰ ਜਾਣ ਦਾ ਹੁਕਮ ਨਹੀਂ। ਕਹਿੰਦਾ ਮੈਂ ਮਾਫੀ ਮੰਗ ਦਿਆਂਗਾ। ਖੈਰ ਬੈਲ ਗੱਡੀ ਜਿਹੜੇ ਪਹੁੰਚ ਹੁੰਦੇ ਸੀ ਉਸ ਟਾਈਮ ਦੇ, ਬੀਬੀ ਅਮਰੋ ਗੱਡੀ 'ਚ ਬੈਠ ਗਈ। ਅਮਰਦਾਸ ਜੀ ਪਿੱਛੇ ਸੋਟਾ ਫੜ ਕੇ, 72 ਸਾਲ ਦੀ ਉਮਰ ਹੈ, ਖਡੂਰ ਸਾਹਿਬ ਚਲੇ ਗਏ। ਬੀਬੀ ਅਮਰੋ ਅੰਦਰ ਗਈ, ਨਮਸਕਾਰ ਕਰੀ। ਕੀ ਕਹਿੰਦਾ ਗੁਰੂ? ਕਹਿਣ ਲੱਗੇ ਪੁੱਤਰ ਬਿਨਾਂ ਪੁੱਛੇ ਆਏ ਹੋ ਤੁਸੀਂ, ਤੁਹਾਨੂੰ ਤਾਂ ਆਗਿਆ ਨਹੀਂ, ਕਿਉਂ ਆਏ ਹੋ? ਕਹਿਣ ਲੱਗੇ ਮਹਾਰਾਜ ਮੈਂ ਆਪ ਨਹੀਂ ਆਈ, ਬਜ਼ੁਰਗ ਲਿਆਏ ਮੈਨੂੰ। ਕੁੜਮਾਚਾਰੀ ਹੁੰਦੀ ਹੈ, ਦੁਨਿਆਵੀ ਜੈਸਾ ਸਾਂਗ ਪਾਠ ਅਦਾ ਕਰੀਦਾ। ਖੈਰ ਅੰਗਦ ਦੇ ਮਹਾਰਾਜ ਜੀ ਉੱਠ ਕੇ ਖੜੇ ਹੋ ਗਏ ਵੀ ਉਹ ਸਾਡੇ ਤਾਂ ਕੁੜਮ ਲੱਗਦੇ ਨੇ। ਹਮੇਸ਼ਾ ਲੜਕੇ ਵਾਲਾ ਬੜਾ ਮੰਨਿਆ ਜਾਂਦਾ, ਲੜਕੀ ਵਾਲਾ ਛੋਟਾ, ਚਾਹੇ ਰਾਜਾ ਹੋਵੇ। ਇਹ ਸੂਲ ਹੈ, ਸਹੀ ਮਰਜ਼ਾਦਾ ਜੀ ਹੈ। ਅੰਗਦ ਦੇ ਮਹਾਰਾਜ ਜੀ ਮਿਲਣ ਲੱਗੇ ਨੇ, ਜੱਫੀ ਪਾ ਕੇ ਮਿਲਦੇ ਹੁੰਦੇ ਨੇ ਕੁੜਮ ਆਪਸ ਵਿੱਚ ਹੀ, ਜਦ ਵਿਆਹ ਹੁੰਦਾ। ਤਾਂ ਅਮਰਦਾਸ ਮਹਾਰਾਜ ਜੀ ਚਰਨਾਂ 'ਤੇ ਡਿੱਪੇ। ਕਹਿੰਦੇ ਮਹਾਰਾਜ ਜੀ ਰਿਸ਼ਤਾ ਨਹੀਂ ਮੈਂ ਹੁਣ ਲੈ ਕੇ ਆਇਆ ਦੁਨਿਆਵੀ, ਮੈਂ ਤਾਂ ਆਪਦਾ ਸੇਵਕ ਬਣਨ ਵਾਸਤੇ ਆਇਆ। ਕਿਰਪਾ ਕਰੋ ਮੈਨੂੰ ਤਾਂ ਚਰਣਾ ਅੰਮ੍ਰਿਤ ਦੇ ਕੇ ਨਾਮ ਦੀ ਦਾਤ ਦਿਓ, ਪਤਾ ਨਹੀਂ ਕਾਹਦੇ ਦੇ ਜੋ ਸਾਹ ਨਿਕਲ ਜਾਣਾ ਹੈ। ਚਰਣਾ ਅੰਮ੍ਰਿਤ ਲੈ ਲਿਆ, ਬੀਬੀ ਅਮਰੋ ਚਲੀ ਗਈ, ਨਾਮ ਦੀ ਦਾਤ ਲੈ ਲਈ, ਗੁਰੂ ਸੇਵਾ ਸ਼ੁਰੂ ਕਰ ਦਿੱਤੀ। ਦਿਨ ਰਾਤ ਸੇਵਾ 'ਚ ਲੱਗੇ ਨੇ। ਜਿਵੇਂ ਆਪਾਂ ਧਨ ਇਕੱਠਾ ਕਰਦੇ ਨਾ, ਓਵਰ ਟਾਈਮ ਲਾਉਂਦੇ ਹਾਂ, ਆਪਣਾ ਵੀ ਲਾਉਂਦੇ ਹਾਂ, ਦੂਏ ਦਾ ਵੀ ਲੈ ਲੈਂਦੇ ਹਾਂ ਵੀ ਤੇਰੀ ਜਗ੍ਹਾ ਮੈਂ ਜਾਇਆ ਉਹਨਾਂ, ਅੱਜ ਜਾਇਆ ਉਹਨਾਂ ਨੇ ਤੁਸੀਂ
ਮੈਨੂੰ ਕਹਿੰਦਾ ਸੀ, ਕਹਿੰਦਾ ਅਸੀਂ ਜਾਇਆ ਹੁੰਦੇ ਹੁੰਦੇ ਹਾਂ। ਆਹ ਇਸ ਤਰ੍ਹਾਂ ਦੇ ਨਾਲ ਠੀਕ ਆ, ਉਹ ਮਾਇਆ ਖਾਤਰ ਜਾਂਦੇ ਹਾਂ, ਹੋਰ ਕੀ ਹੈ। ਜਿਹੜੇ ਨੇ ਨਾਮ ਰੂਪੀ ਧਨ ਕਰ ਇਕੱਠਾ ਕਰਨਾ, ਉਹ ਵੀ ਓਵਰ ਟਾਈਮ ਲਾਵੇਗਾ, ਫਿਰ ਉਹ ਵੀ ਓਵਰ ਟਾਈਮ ਲਾਵੇਗਾ। ਸਾਰਾ ਦਿਨ ਸੇਵਾ ਕਰਦੇ ਨੇ ਲੰਗਰ ਦੀ, ਭਾਂਡੇ ਪਾਣੀ ਢੋਣਾ ਜਾਂ ਖੂਹਾਂ ਤੋਂ ਪਾਣੀ ਢੋਂਦੇ ਹੁੰਦੇ ਸਨ। ਫਿਰ ਨਾਮ ਦਾ ਸਿਮਰਨ ਕਰਨਾ, ਸਾਲ ਬਾਅਦ ਇੱਕ ਸਿਰੋਂ ਪਾਉ ਮਿਲਦਾ ਦੀ, ਸਿਰ 'ਤੇ ਬੰਨ੍ਹ ਲੈਣਾ ਘੁੱਟ ਕੇ। ਆਪਣੇ ਪ੍ਰੇਮ ਦੇ ਵਿੱਚ 4 ਮੀਲ ਦੀ ਦਰਿਆ ਬਿਆਸ, ਉੱਥੋਂ ਪਾਣੀ ਦੀ ਗਾਗਰ ਭਰ ਕੇ ਲਿਆਉਣੀ। ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾ ਕੇ ਉਹ 2 ਵਜੇ ਇਸ਼ਨਾਨ ਕਰਦੇ ਸਨ। ਅਤੇ ਆਪਾਂ ਕਦ ਕਰਦੇ ਹਾਂ ਹੁਣ? ਸਿੱਖਾਂ ਗੁਰੂ ਦੇ ਬਹੁਤ ਉਸ ਗੱਲਾਂ ਬਾਤਾਂ ਜਾਣਦੇ ਹਾਂ। 8 ਵਜੇ ਮੈਂ ਕਹਿੰਦਾ ਖਰੀ 10 ਹੀ ਉੱਠਦੇ ਹੋਵਾਂਗੇ। ਸਾਨੂੰ ਪ੍ਰੇਮੀ ਲੈ ਜਾਂਦੇ ਨਾ, ਕੋਈ ਚਲੋ ਜੀ ਸਾਡੇ ਘਰ ਉੱਥੇ ਪ੍ਰਸ਼ਾਦ ਪਾਣੀ ਛਕਿਆ, ਜਾਂ ਜਾਂਦੇ ਅੰਦਰੋਂ ਜਿੰਦਾ ਲੱਗਿਆ ਹੁੰਦਾ, ਉਹ ਬੈਡਾਂ 'ਚ ਲੱਤਾਂ ਮਾਰਦੇ ਨੇ ਪਏ। ਸਾਡਾ ਸੁਭਾਅ ਆ, ਅਸੀਂ ਸਾਜਰੇ ਜਾਂਦੇ ਹਾਂ। ਐ ਨਹੀਂ, ਉੱਧਰ ਵੀ ਪਿੰਡਾਂ 'ਚ ਵੀ ਅਸੀਂ ਦੇਖਦੇ ਹਾਂ, ਸ਼ਹਿਰਾਂ ਦੇ ਵਿੱਚ ਵੀ ਜਾਂਦੇ ਹਾਂ ਅਸੀਂ, ਜਾਂ ਜਾਂਦੇ ਹਾਂ ਵੀ ਚਲੋ ਸਾਜਰੇ ਜਾ ਕੇ ਮੁੜ ਆਵਾਂਗੇ। ਅਸੀਂ ਦਰਾਂਗੂਰੇ ਖੜੇ ਹੁੰਦੇ ਹਾਂ, ਉੱਥੇ ਬਸ ਹਰੀਆਰ ਘਰਾੜੇ ਵੱਜਦੇ ਹੁੰਦੇ ਨੇ, ਘਰਾੜੇ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ, ਜਿਹੜਾ ਜਾਮ ਜਾਮਨੀ ਜਾਗੇ ਕਿਰਪਾਲ, 2 ਵਜੇ ਪਹਿਰਾ ਰਹਿੰਦੇ ਉੱਠ ਕੇ ਇਸ਼ਨਾਨ ਕਰਕੇ ਫਿਰ ਸਮਾਧੀ ਲਾ ਕੇ ਬੈਠਦੇ ਸਨ। ਉਪਾਸਨਾ ਤਾਂ ਜੰਗ ਦੇ ਵਿੱਚ ਵੀ ਨਹੀਂ ਛੱਡੀ ਗੁਰੂਆਂ ਨੇ। ਕਲਗੀਧਰ ਮਹਾਰਾਜ ਸਰਸੇ ਦੇ ਕਿਨਾਰੇ ਆ ਗਏ, ਉਧਰ ਫੌਜਾਂ ਦੇ ਜੰਗ ਹੋ ਰਿਹਾ ਅਤੇ ਕਿਨਾਰੇ ਬੈਠੇ ਨੇ। ਭਾਈ ਦਿਆਸ ਨੂੰ ਕਹਿੰਦੇ ਭੁੱਖ ਲੱਗੀ ਹੋਈ ਹੈ। ਭਾਈ ਦਿਆਸ ਕਹਿੰਦਾ ਮਹਾਰਾਜ ਜੀ ਇੱਥੇ ਦਾ ਕੋਈ ਸਾਧਨ ਨਹੀਂ ਹੈ। ਕਹਿੰਦੇ ਨਹੀਂ, ਸਾਚੇ ਨਾਮ ਕੀ ਲਾਗੀ ਭੂਖ, ਆਸਾ ਦੀ ਵਾਰ ਦਾ ਕੀਰਤਨ ਸੁਣਾਓ। ਕੀਰਤਨ ਸੁਣਿਆ ਪੂਰਾ, ਨਾਲੇ ਤਲਵਾਰ ਖੜਕਦੀ ਹੈ। ਇਸ ਨੂੰ ਗੁਰੂ ਕਹਿੰਦੇ ਨੇ। ਆਪਾਂ ਮਾੜਾ ਜਿਹਾ ਹੋ ਜਾਓ ਜੀ, ਪੰਥ ਨੂੰ ਭੀੜ ਪੈ ਗਈ, ਪੰਥ ਨੂੰ ਭੀੜ ਪੈ ਗਈ। ਭੀੜ ਤਾਂ ਤੁਹਾਨੂੰ ਭਈਆ ਮੂਹਰਲਿਆਂ ਨੂੰ, ਪੰਥ ਨੂੰ ਨਹੀਂ ਭੀੜ ਪਵੇਗੀ ਕਦੇ। ਪੰਥ ਨੂੰ ਕੌਣ ਭੀੜ ਪਾ ਦੇਵੇ? ਕੌਣ ਜੰਮਿਆ ਪੰਥ ਨੂੰ ਭੀੜ ਪਾਉਣ ਵਾਲਾ? ਮੂਹਰਲੇ ਡਰ ਜਾਂਦੇ ਨੇ ਵੀ ਮਰ ਜਾਵਾਂਗੇ। ਆਹ ਇਸ ਤਰ੍ਹਾਂ ਉਹ ਉੱਧਰ ਦੇਖੋ ਕੀਰਤਨ ਹੋ ਰਿਹਾ, ਨਾਲੇ ਤਲਵਾਰ ਖੜਕਦੀ ਆ ਉੱਥੇ। ਆਹ ਇਸ ਤਰ੍ਹਾਂ ਨਾਲ ਗਾਗਰ ਭਰ ਕੇ ਲਿਆਉਣੀ, 2 ਵਜੇ ਇਸ਼ਨਾਨ ਕਰਾਉਣਾ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਤਿਹਾਸ ਤਾਂ ਇਉਂ ਦੱਸਦਾ ਹੈ, ਕਹਿੰਦੇ ਇਤਨੀ ਸੇਵਾ, ਇਤਨਾ ਸਰੀਰ ਭੁੱਲ ਗਿਆ ਸੇਵਾ ਕਰਦਿਆਂ ਕਰਦਿਆਂ। ਉਹ ਜਿਹੜਾ ਲੀੜੇ ਸੀ ਉਹ ਖੱਦਰ ਗਿੱਲਾ ਹੋਇਆ ਰਿਹਾ ਕਰੇ। ਕਹਿੰਦੇ ਸਿਰ ਦੇ ਵਿੱਚ ਕੀੜੇ ਪੈ ਗਏ ਗੁਰੂ, ਕੀੜੇ ਕੁਦਰਤੀ। ਕਿਤੇ ਉਹ ਮੜਾਸਾ ਖੋਲ੍ਹ ਕੇ ਦੁਬਾਰੇ ਬੰਨ੍ਹਣ ਲੱਗੇ, ਉਹ ਵਿੱਚੋਂ ਕੀੜਾ ਥੱਲੇ ਡਿੱਗ ਪਿਆ। ਉਹਨਾਂ ਨੇ ਕਿਹਾ ਵੀ ਓਹੋ, ਇਹ ਤਾਂ ਗਰੀਬ ਵਿਚਾਰਾ ਥੱਲੇ ਮਰ ਜਾਏਗਾ, ਖਾਣਾ ਤਾਂ ਇਹਦਾ ਮੇਰੇ ਸਿਰ 'ਚ ਹੈ। ਚੱਕ ਕੇ ਸਿਰ 'ਚ ਰੱਖ ਲਿਆ। ਦੇਖੋ ਕੁਰਬਾਨੀ, ਐਵੇਂ ਨਹੀਂ ਕੁਛ ਮਿਲਦਾ ਹੁੰਦਾ ਗੁਰੂ। 12 ਸਾਲ ਬਿਲਾ ਨਾਗਾ, ਮੀਂਹ ਨੇਰੀ, ਠੱਕਾ ਗੜੇ, ਕੁਛ ਵਗਦਾ ਹੋਵੇ। ਰਾਤ ਦੇ ਕਥਾ ਔਰ ਕੀਰਤਨ ਤੋਂ ਬਾਅਦ ਗਾਗਰ ਚੱਕ ਕੇ ਮੋਢੇ 'ਤੇ ਦਰਿਆ ਬਿਆਸ ਕੰਨੀ 2 ਕੋ ਪੁੱਠ ਬਹਿਰੇ ਜਾਂਦੇ ਸੀ। ਦੇਖੋ ਕਿਤਨਾ ਆਦਬ ਹੈ ਗੁਰੂ। ਆਪਾਂ ਇੱਥੇ ਧੰਨ ਹੋਈ ਨਹੀਂ, ਗੁਰੂ ਨੂੰ ਪਿੱਠ ਦਿੱਤੀ ਨਹੀਂ। ਫਿਰ ਪਿੱਠੇ ਹੀ ਮਿਲੂਗਾ, ਪਿੱਠੇ ਤੈਨੂੰ ਮੂੰਹ ਨਹੀਂ ਦਿਸਣਾ ਗੁਰੂ ਦਾ। ਆਹ ਇਸ ਤਰ੍ਹਾਂ ਦੇ ਨਾਲ ਕਾਹਤੇ ਜਾਂਦੇ ਸੀ ਪੁੱਠ ਬਹਿਰੇ, ਬਈ ਗੁਰੂ ਕੰਨੀ ਪਿੱਠ ਨਾ ਹੋ ਜਾਵੇ। ਫਿਰ ਉਹ ਆਪਣਾ ਗੁਰੂ ਹੈ ਜੋ ਕੁਰਬਾਨੀ ਕਰੀ ਅਸੀਂ ਨੇ। ਫਿਰ ਅਰਦਾਸ ਕਰਦੇ, ਗਰੀਬ ਨਵਾਜ਼ ਪਿੱਠ ਛੋੜ ਰਹੀ ਹੈ, ਖਿਮਾ ਕਰਨੀ। ਦੇਖ ਲਓ 12 ਸਾਲ 72 ਸਾਲ ਦੀ ਉਮਰ 'ਚ 84 ਸਾਲ ਹੋ ਗਏ। 84 ਸਾਲ ਦੀ ਉਮਰ ਆ ਹੁਣ। ਪਾਣੀ ਦੇ ਵਿੱਚ ਚੁੱਭੀ ਮਾਰ ਕੇ ਗਾਗਰ ਮੋਢੇ 'ਤੇ ਰੱਖਦੇ ਸਨ, ਮੂੰਹ ਨਹੀਂ ਦੀ ਚੱਕ ਹੁੰਦੀ। ਫਿਰ ਥੜਾ ਬਣਾਇਆ ਅਤੇ ਉੱਥੇ ਆ ਕੇ ਜਦ ਫਿਰ ਪਿਛਲੀ ਵੇਲ ਗਏ, ਠੱਕਾ ਮੀਂਹ ਗੜੇ, ਮੋਢੇ ਗਾਗਰ ਰੱਖ ਲਈ, ਚਲੇ ਗਏ ਮੀਂਹ ਦੇ ਵਿੱਚ ਹੀ, ਸੜੱਪ ਪਾਣੀ ਦੇ ਵਿੱਚ ਹੀ ਗਾਗਰ ਪੜੀ। ਉੱਥੇ ਆ ਗਏ ਜਿੱਥੇ ਥੜਾ ਬਣਿਆ ਸੀ, ਥੜੇ 'ਤੇ ਰੱਖ ਦਿੱਤੀ।
ਗੁਰੂ ਸਾਹਿਬ ਦੇ ਮਹਿਲਾਂ ਦੇ ਲਾਲ ਜਲਾਹਿਆਂ ਦਾ ਘਰ ਸੀ। ਉਹ ਜਲਾਹਾ ਜਲਾਹੀ ਉੱਥੇ ਰਹਿੰਦੇ ਸਨ ਘਰ 'ਚ। ਉਹਨਾਂ ਦੇ ਚੰਬੜਾ ਪੱਟੀਆਂ ਹੁੰਦੇ ਨੇ, ਉਹ ਲੀੜਾ ਬੁਣਦੇ ਨੇ, ਕੀਲੇ ਕੱਟੇ ਹੁੰਦੇ ਨੇ। ਉਹ ਜਿੱਥੇ ਤੀੜਾ ਬੁਣਦੇ ਨੇ ਉਹ ਥੱਲੇ ਟੋਆ ਹੁੰਦਾ ਖੱਡੀ, ਉਹ ਪੈਰਾਂ ਨਾਲ ਫਿਰ ਉਹ ਬਦਲਦੇ ਹੁੰਦੇ ਨੇ ਤਾਂ ਕਿ ਕਦੇ ਉੱਤੇ ਕਦੇ ਥੱਲੇ ਇੱਕੋ ਨਲੀ ਜੀ ਦਵਾ ਦਮ ਮਾਰੀ ਜਾਂਦੇ ਨੇ। ਹਿਸਾਬ ਹੁੰਦਾ ਆਪੋ ਆਪਣੇ ਕੰਮ ਦਾ। ਉਹ ਇਸ ਤਰ੍ਹਾਂ ਦੇ ਨਾਲ ਤਾਂ ਫਿਰ ਉਹ ਗਾਗਰ ਲਈ ਆਉਂਦੇ ਨੇ। ਮੀਂਹ ਪੈਂਦਾ, ਪਾਣੀ ਫਿਰਦਾ, ਹੁਣ ਰਾਹ ਵੀ ਨਹੀਂ ਪਤਾ ਕਿੱਥੇ ਆ। ਲਖਣਾ ਦੀ ਜਲਾਹਿਆਂ ਦੇ ਦਰਾਂ ਮੂਹਰੇ ਦੀ ਮੀਂਹ ਪੈਂਦਾ ਸੀ, ਜਲਾਹਿਆਂ ਦਾ ਘਰ ਚੋਂਦਾ ਸੀ। ਜਲਾਹੀ ਕਦੇ ਉੱਧਰ ਨੂੰ ਮੰਜੀਆਂ, ਕਦੇ ਉੱਧਰ ਨੂੰ ਮੰਜੀ। ਤੇ ਜਦ ਮਹਾਰਾਜ ਜੀ ਆਏ ਨਾ ਅਮਰਦਾਸ ਜੀ, ਉਹ ਉਸ ਟੋਏ 'ਚ ਡਿੱਪੇ। ਡੂੰਘਾ ਸੀ, ਕੀਲੇ 'ਚ ਠੋਕਰ ਲੱਗੀ, ਪਰ ਗਾਗਰ ਨਹੀਂ ਇਹਨਾਂ ਨੂੰ ਦਿੱਤੀ। ਖੜਾਕ ਹੋਇਆ। ਜਲਾਹਾ ਕਹਿੰਦਾ ਜਲਾਹੀ ਨੂੰ, ਕਹਿੰਦਾ ਬਾਹਰ ਖੜਕਾ ਕਾਹਦਾ ਹੋਇਆ, ਕੋਈ ਚੋਰ ਆ? ਜਲਾਹੀ ਬਾਹਰ ਅੰਦਰ ਨਿਕਲਦੀ ਰਹਿੰਦੀ ਸੀ। ਉਹਨੂੰ ਪਤਾ ਸੀ ਵੀ ਇੱਥੋਂ ਦੀ ਰੋਜ਼ ਲੱਭਦੇ ਨੇ ਗਾਗਰ ਲੈ ਕੇ। ਕਹਿਣ ਲੱਗੀ ਐ ਵੇਲੇ ਇੰਨੇ ਠੱਕੇ ਮੀਂਹ ਦੇ ਵਿੱਚ ਇੱਥੇ ਚੋਰ ਨੇ ਕੀ ਕਰਨਾ ਹੈ? ਇਹ ਤਾਂ ਅਮਰੂ ਨਥਾਮ ਹੈ, ਅਮਰੂ ਨਥਾਮ। ਕੁੜਮਾਂ ਦੇ ਘਰ ਰੋਟੀ ਖਾਣ ਵਾਸਤੇ ਦਿਨ ਰਾਤ ਇਹਨੂੰ ਚੈਨ ਨਹੀਂ ਹੈ। ਚਲੋ ਦੁਨੀਆ ਕਿਵੇਂ ਮਿਹਣੇ ਮਾਰਦੀ ਆ ਕਰੋ। ਜੇ ਦੁਨੀਆ ਨੂੰ ਦੇਖੋਗੇ ਤੁਸੀਂ ਆਤਮਾ ਨੂੰ ਨਹੀਂ ਦੇਖ ਸਕਦੇ। ਜੇ ਤੁਸੀਂ ਆਤਮਾ ਦੇਖਣਾ ਨਾ ਤਾਂ ਫਿਰ ਦੁਨੀਆ ਕੰਨੀ ਪਿੱਠ ਕਰ ਲਓ। ਜਿਵੇਂ ਨਾਮਦੇਵ ਨੂੰ ਕਿਹਾ ਸੀ ਨਾ ਗੁਆਂਢਣ ਨੇ ਵੀ ਉਹ ਕਿੱਥੇ ਆ ਬੀੜੀ, ਮੈਂ ਸਬਰੀ ਬਣਾਉਣੀ ਹੈ। ਨਾਮਦੇਵ ਜੀ ਕਹਿੰਦੇ ਲੋਕ ਕਟੰਬ ਸਭ ਹੂੰ ਤੇ ਤੋਰਾ ਤਾਂ ਆਪਨ ਬੇਡੀ ਆਵੇ, ਫਿਰ ਆਊਗਾ। ਮਨ ਨੂੰ ਤੋੜ ਦੇ ਦੁਨੀਆ ਕੰਨੀਓ। ਰਹਿ ਦੁਨੀਆ ਦੇ ਵਿੱਚ, ਵਿਹਾਰ ਕਰ, ਪੁੱਤਰ ਧੀਆਂ ਦੇ ਵਿੱਚ ਰਹਿ, ਪਰ ਪਰਮੇਸ਼ਰ ਦੇ ਨਾਲ ਜੁੜ ਜਾ। ਸੁਣ ਗਿਆ, ਕੋਲੇ ਹੀ ਸੀ ਨਾ ਘਰ, ਕੁਦਰਤੀ ਬਚਨ ਨਿਕਲ ਗਿਆ। ਕਹਿਣ ਲੱਗਿਆ ਕਮਲੀਏ ਮੈਂ ਨਥਾਵਾਂ ਕਿਉਂ? ਮੈਨੂੰ ਤਾਂ ਗੁਰੂ ਥਾਂ ਮਿਲਿਆ ਹੋਇਆ। ਨਥਾਵੀ ਹੋਊਗੀ ਦੁਨੀਆ, ਮੈਂ ਤਾਂ ਗੁਰੂ ਵਾਲਾ। ਬਚਨ ਕਿਹਾ ਨਹੀਂ ਯਾਰ, ਜਲਾਹੀ ਨੇ ਲੀੜੇ ਪਾੜੇ ਨਹੀਂ। ਦੇਖ ਲਓ ਮਹਾਂਪੁਰਸ਼ਾਂ ਦਾ, ਗੁਰੂਆਂ ਦਾ ਇਤਨਾ ਬਚਨ ਫੁਰਦਾ ਗੁਰੂ ਕੋ। ਆਓ ਬਾਬਾ ਕਰਨ ਸਿੰਘ ਮਹਾਰਾਜ ਜੀ ਬੈਠੇ ਸਨ, ਉੱਤੀ ਬਣਾਉਣ ਇੱਕ ਗਿਆਨੀ ਆ ਗਿਆ, ਪੜ੍ਹਿਆ ਲਿਖਾ। ਉਹ ਜਿਹੜੇ ਮਹਾਤਮਾ ਹੁੰਦੇ ਨੇ ਪੜ੍ਹੇ ਲਿਖੇ ਉਹੀ ਸਮਝਦੇ ਨੇ ਵੀ ਐਵੇਂ ਇਹ ਲੀੜੇ ਜੇ ਪਾ ਕੇ ਅਨਪੜ੍ਹ ਜੇ ਐਵੇਂ ਲੋਕ ਇਹਨਾਂ ਨੂੰ ਮੱਥਾ ਟੇਕੀ ਜਾਂਦੇ ਨੇ। ਉਹਨੇ ਦੇਖਿਆ ਨਹੀਂ ਵੀ ਮੱਥਾ ਕਿਵੇਂ ਟਿਕਦਾ ਹੁੰਦਾ। ਕਿਉਂ ਨੇ ਠੀਕ ਹੈ, ਵਿਦਿਆ ਕੋਈ ਤੀਸਰਾ ਨੇਤਰਾ ਮਾੜੀ ਗੱਲ ਨਹੀਂ ਹੈ, ਪਰ ਇਹ ਹਾਉ ਨਹੀਂ ਨਾ ਕਰਨੀ ਚਾਹੀਦੀ। ਮਹਾਰਾਜ ਜੀ ਸਾਖੀ ਸੁਣਾਉਂਦੇ ਜੀ ਸ਼ਕੇਤ ਮੰਡੀ ਵਾਲੇ ਰਾਜੇ ਦੀ ਵੀ। ਇਸ ਤਰ੍ਹਾਂ ਉਹਨੇ ਲੱਖ ਰੁਪਈਆ ਤੇ ਉਸਦਾ 60 ਸਾਲ ਸੁਪਨੇ 'ਚ ਭੁਗਤਾ ਦਿੱਤੇ। ਉਹ ਬੋਲ ਪਿਆ, ਕਹਿੰਦਾ ਠੀਕ ਹੈ ਤਾਂ ਇਹ ਗੁਰੂ ਦਾ, ਇਹ ਤਾਂ ਗੁਰੂ ਘਰ ਦੀਆਂ ਸਾਖੀਆਂ ਨੇ। ਆ ਵਿਹਲੜ ਲੋਕੋ, ਤੁਸੀਂ ਵੀ ਕੁਛ ਕਰਦੇ ਹੋ। ਬਾਬਾ ਕਰਨ ਸਿੰਘ ਮਹਾਰਾਜ ਕਹਿੰਦਾ ਜਾ ਝੱਲਿਆ, ਚੱਲਾ ਕਮਲੇ ਨੂੰ ਕਹਿੰਦੇ ਨੇ ਉੱਧਰ ਜਾ, ਸੰਗਤਾਂ ਦਾ ਟਾਈਮ ਨਾ ਖਰਾਬ ਕਰ। ਜਦੋਂ ਹੀ ਲੀੜੇ ਪਾੜਨ ਲੱਗ ਗਿਆ, 4 ਆਦਮੀਆਂ ਨੇ ਫੜਿਆ ਗੁਰੂ ਕੋ, ਉਹਦੇ ਘਰ ਛੱਡ ਕੇ ਆਏ। 2 ਸਾਲ ਸੰਗਲ ਲੱਗਿਆ ਰਿਹਾ ਉਹਦੇ। ਕਿਸੇ ਨੇ ਦੱਸਿਆ ਇਹ ਤਾਂ ਮਹਾਂਪੁਰਸ਼ਾਂ ਨਾਲ ਖਾਏ ਪਿਆ ਜਾ ਕੇ। ਬਾਬਾ ਕਰਨ ਸਿੰਘ ਮਹਾਰਾਜ ਜਾਓ ਮਾਫੀ ਮੰਗ ਲਓ। ਉਹ ਫਿਰ ਰਹਿਮ ਦਿਲ ਹੁੰਦੇ ਨੇ ਗੁਰੂ ਔਰ ਮਹਾਤਮਾ, ਉਹਨੂੰ ਫਿਰ ਲੈ ਕੇ ਆਏ। ਮਹਾਰਾਜ ਕਹਿੰਦੇ ਲਿਆਓ, ਇਹਦਾ ਜਿਹੜਾ ਸੀਗਾ ਉਹ ਦੂਰ ਹੋ ਗਿਆ, ਇਸ ਨੂੰ ਇਹ ਫਲ ਮਿਲਣਾ ਹੀ ਸੀ। ਨਮਸਕਾਰ ਕਰੀ, ਜਦ ਨਮਸਕਾਰ ਕਰਕੇ ਸਿਰ ਚੱਕਿਆ, ਕਹਿੰਦਾ ਮੇਰਾ ਸਾਫਾ ਕਿੱਥੇ ਹੈ? ਲੱਭੇ ਨਾ ਸਾਫੇ ਦਾ ਪਤਾ ਨਹੀਂ, ਕਮਲੇ ਨੂੰ ਕੀ ਪਤਾ ਹੁੰਦਾ। ਆਓ ਇਸ ਤਰ੍ਹਾਂ ਦੇ ਨਾਲ ਦੱਸਿਆ। ਉਸ ਜਲਾਹੀ ਨੇ ਲੀੜੇ ਪਾੜ ਕੇ, ਜਲਾਹ ਬਥੇਰਾ ਚਿੰਬੜਿਆ, ਕਮਲੇ 'ਚ ਜ਼ੋਰ ਜ਼ਿਆਦਾ ਹੁੰਦਾ। 4 ਆਦਮੀ ਫੜਦੇ ਨੇ ਕਮਲੇ ਨੂੰ। ਉੱਡ ਗਈ ਜਲਾਹੀ ਦਾ, ਜਲਾਹ ਰਹਿ ਗਿਆ ਵਿਚਾਰਾ ਇਕੱਲਾ। ਚਲੇ ਗਏ, ਇਸ਼ਨਾਨ ਕਰਾਇਆ। ਹੁਣ ਬਾਬਾ ਗੁਰੂ ਅੰਗਦ ਦੇਵ ਮਹਾਰਾਜ ਦੀ ਸਮਾਧੀ ਨਹੀਂ ਲੱਗਦੀ। ਓਹੋ, ਉਹ ਬਜ਼ੁਰਗ ਦੀ ਇਤਨੀ ਸੇਵਾ, ਇਤਨਾ ਹੁਕਮ ਦੇ ਵਿੱਚ ਰਹਿ ਕੇ ਸੇਵਾ ਕਰੀ ਇਹਨਾਂ ਨੇ। ਦਿਨ ਚੜ੍ਹ ਗਿਆ, ਕਹਿੰਦੇ ਉਹ ਘਰੋਂ ਅਮਰਦਾਸ ਜੀ ਦਾ ਇਸ਼ਨਾਨ ਕਰਾ ਕੇ ਲਿਆਓ। ਨਵੀਨ ਵਸਤਰ ਪਾ ਕੇ, ਜਾਣੀ ਸਾਫ ਸੋਹਣੇ ਨਵੇਂ, ਸਾਹਮਣੇ ਕਢਾਓ ਸਾਡੇ ਲਿਆ ਕੇ। ਅਮਰਦਾਸ ਜੀ ਆ ਗਏ।
ਅੰਗਦ ਦੇ ਮਹਾਰਾਜ ਜੀ ਬੈਠੇ ਸਨ। ਨਮਸਕਾਰ ਕਰੀ। ਕੀ ਕਹਿੰਦੇ ਨੇ? ਪੁਰਖਾ ਤੈਨੂੰ ਜਲਾਹੀ ਕੀ ਕਹਿੰਦੀ ਤੀ ਰਾਤ? ਗੁਰੂ ਨਾਲ, ਗੁਰੂ ਹਮੇਸ਼ਾ ਨਾਲ ਆ ਗੁਰੂ, ਪਰ ਆਪਣੀ ਦੇਖਣ ਵਾਲੀ ਅੱਖ ਨਹੀਂ ਖੁੱਲ੍ਹੀ। ਖੁੱਲ੍ਹੇ ਕਿੱਥੋਂ? ਮਨ ਮੇਲ ਖਾਂ ਆ ਮੂਰੇ। ਕਹਿਣ ਲੱਗੇ ਮਹਾਰਾਜ ਜੀ ਉਹ ਤਾਂ ਮੈਂ ਕੌਲੀ ਬੋਲਦੀ ਸੀ, ਬੋਲਦੇ ਹੁੰਦੇ ਨੇ ਲੋਕ। ਇੰਨਾ ਦਰ ਵੀ ਭੂਤ ਹੋ ਗਿਆ। ਕਹਿੰਦੇ ਐ ਬਜ਼ੁਰਗਾ ਕੋਈ ਐਸੀ ਅਧੇ ਵਸਤੂ ਨਹੀਂ ਜਿਹੜੀ ਤੈਨੂੰ ਨਾ ਦਈਏ। ਹੁਣ ਦੇ ਕਹਿੰਦੇ ਸਮਾਨ ਕਰੀ ਨੂੰ ਨਿਗਾਹ ਮਾਰੀ, ਸਾਰਾ ਸਮਾਨ ਸ਼ਕਤੀਆਂ ਆਤਮਨੀ ਖੜੀਆਂ ਨੇ। ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰਾਪਰਟੀ ਜਿਹਨੂੰ ਜੋਤ ਕਹਿੰਦੇ ਨੇ, ਜੋਤ ਸਾਰਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕਰਤੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਾਹਦੇ ਸੇਵਾ ਤੇ ਜਦੋਂ ਗੁਰੂ ਵਾਲੇ ਬਣੇ ਕਰੋ। ਫੇਰ ਕਹਿੰਦੇ ਨੇ ਤੈਨੂੰ ਜਲਾਈ ਨਥਾਵਾਂ, ਤੂੰ ਨਥਾਵਿਆਂ ਦਾ ਥਾਂ, ਤੂੰ ਨੇਟਿਆਂ ਦੀ ਓੜ, ਨਤਰਿਆਂ ਦੀ ਧਿਰ, ਨਗਤਿਆਂ ਦੀ ਗੱਤ। ਜਾਣੀ ਬਹੁਤ ਵਰ ਦਿੱਤੇ ਅਮਰਦਾਸ ਮਹਾਰਾਜ ਜੀ ਨੂੰ। ਆਓ ਇਸ ਤਰ੍ਹਾਂ ਦੇ ਨਾਲ ਗੁਰੂ ਵਾਲਾ ਬਣ ਕੇ ਗੁਰਖੋ ਉਹ ਗੁਰੂ ਹੀ ਹੋ ਕੇ ਨਿਬੜਿਆ। ਆਓ ਸਵੇਰੇ ਅੰਮ੍ਰਿਤ ਛਕਾਇਆ ਜਾਵੇਗਾ। ਇੱਥੇ 8 ਵਜੇ ਹਾਜ਼ਰ ਹੋ ਜਾਣਾ। ਕੇਸ਼ੀ ਇਸ਼ਨਾਨ ਕਰਕੇ ਨਵੇਂ ਜਾਂ ਸਾਫ ਵਸਤਰ ਪਾ ਕੇ 5 ਕਕਾਰ, ਕੰਗਾ, ਕੜਾ, ਕਸ਼ਹਿਰਾ, ਕੇਸ, ਕਿਰਪਾਨ ਕਾਤਰੇ ਵਾਲੀ, ਛੋਟੀ ਹੈ ਚਾਹੇ ਬੜੀ ਹੈ, ਇੱਥੇ ਹਾਜ਼ਰ ਹੋ ਜਿਓ। ਅੰਮ੍ਰਿਤ ਛਕਾਇਆ ਜਾਵੇਗਾ ਕੱਲ੍ਹ ਦਾ। ਆਓ ਇਸ ਪੰਡਾਲ ਦਾ ਕੱਲ੍ਹ ਦਾ ਹੀ ਦੀਵਾਨ ਰਹਿ ਗਿਆ ਕਰੋ, ਕੱਲ੍ਹ ਦਾ ਹੀ ਹੈ ਬਸ। ਆਓ ਗੁਰੂ ਵਾਲੇ ਬਣ ਜਾਵੋ। ਆਨੰਦ ਸਾਹਿਬ ਦੇ ਵਿੱਚ ਬੋਲੋ। ਹੁਣ ਫਿਰ ਆਪਾਂ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ। ਹੁਣ ਦੇਖਦੇ ਹਿੱਲਣ ਲੱਗ ਗਏ। ਹਿੱਲੋ ਨਾ, ਟਿਕ ਕੇ ਬੈਠੇ ਰਹੋ। ਅਤੇ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ। ਫਿਰ ਆਪਾਂ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ। ਫਿਰ ਪ੍ਰਸ਼ਾਦ ਲਵਾਂਗੇ। ਉਹ ਬੁੜੀ ਉੱਠ ਵੀ ਖੜੀ। ਆਓ ਫਿਰ ਆਪਾਂ ਆਪਣੇ ਘਰਾਂ ਨੂੰ ਜਾਣੋ। ਪੜੋ ਕਰੇ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਾਧੂ ਸੰਗਾਉ ਹਰੀ ਤੇਰਾ ਮਨ ਜਿਨੀ ਵਸਾਇਆ। ਹਰ ਨਾਲ ਰੋਕੂ ਮਨ ਮੇਰੇ ਦੁੱਖ ਸਭ ਵਿਸਾਰਨਾ। ਤੇਰਾ ਕਾਰਜ ਸਭ ਦੁਆਰਨਾ। ਕਹੈ ਨਾਨਕ ਮਨ ਮੇਰੇ ਸਦਾ ਰੋਰ ਨਾਲੇ। ਨਹੀਂ ਕਰਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਸਾਵੇ। ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ। ਅੰਧ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ।
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। ਗੁਰੂ ਰਾਮਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ। ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ। ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ। ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ।
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕਛ ਨਾ ਲੱਗੇਗਾ ਬੋਲ ਪਿਆਰਿਆ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਤੂੰ ਠਾਕਰ ਤੁਮ